ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੋ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਉਸ ਦੇ ਵਿੱਚ ਜਿੰਨੇ ਵੀ ਜੁੜੇ ਆ ਭਾਗਾਂ ਵਾਲੇ ਆ, ਕਿਉਂਕਿ ਗੁਰੂ ਸਾਹਿਬ ਨੇ ਜਿਹਨੂੰ ਵੀ ਕਿਸੇ ਨੂੰ ਦੁਨਿਆਵੀ ਪਦਾਰਥ ਮਿਲਦੇ ਆ, ਚਾਹੇ ਉਹ ਕਿੰਨੇ ਵੀ ਜ਼ਿਆਦਾ ਮਿਲ ਜਾਣ, ਵੱਡੇ ਮਿਲ ਜਾਣ, ਪਰ ਉਹਨੂੰ ਬੜਭਾਗੀ ਨਹੀਂ ਕਿਹਾ। ਬੜਭਾਗੀ ਉਸ ਨੂੰ ਕਿਹਾ ਗੁਰੂ ਨੇ ਜਿਹਨੂੰ ਸੰਗਤ ਮਿਲ ਜਾਂਦੀ ਆ। ਸੋ ਸਤਿਗੁਰੂ ਜੀ ਕਹਿੰਦੇ ਨਾ, ਬੜਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੋ ਅੱਜ 63ਵਾਂ ਦਿਨ ਸੰਗਤ ਕਰਦਿਆਂ ਨੂੰ ਵੱਡੇ ਭਾਗ ਹੈ ਜਿਨ੍ਹਾਂ ਨੇ ਸੰਗਤ ਵਿੱਚ ਜੁੜਦੇ ਆ, ਕਿਉਂਕਿ ਗੁਰੂ ਦੇ ਜਿੱਥੇ ਵੀ ਸਿਫਤ ਸਲਾਹ ਕੀਤੀ ਜਾਂਦੀ ਹੈ ਉਸ ਨੂੰ ਹੀ ਸਤ ਸੰਗਤ ਕਿਹਾ ਜਾਂਦਾ ਹੈ। ਸੋ ਆਪਾਂ ਸਾਰੇ ਸਤ ਸੰਗਤ ਦੇ ਵਿੱਚ ਜੁੜਦੇ ਹਾਂ। ਅੱਜ 63ਵੇਂ ਦਿਨ ਜੁੜਨ ਲੱਗੇ ਆ ਜੀ, ਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਵਾਹਿਗੁਰੂ ਦੇ ਜਾਪ ਦੇ ਨਾਲ ਜੁੜੀਏ। ਜੋ ਜਾਪ ਦੇ ਨਾਲ ਅੱਜ ਜੋੜ ਰਹੇ ਨੇ ਹਰਸਿਮਰ ਕੌਰ ਜੀ, EPP ਨੰਬਰ 15499, EPP ਨੰਬਰ 15499, ਹਰਸਿਮਰ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਤੇ ਬਹੁਤ ਬਹੁਤ ਧੰਨਵਾਦ ਜੀ ਬੇਟੀ ਦਾ, ਤੇ ਜਾਪ ਦੇ ਨਾਲ ਜੁੜਨਾ ਕੀਤਾ। ਸ਼ਾਇਦ ਆਵਾਜ਼ ਨਹੀਂ ਆ ਰਹੀ, ਨੈਟਵਰਕ ਦੀ ਪ੍ਰੋਬਲਮ ਹੈ ਜੀ। ਆਪਾਂ ਅਗਲਾ ਸੈਸ਼ਨ ਸ਼ੁਰੂ ਕਰਦੇ ਹਾਂ। ਤੇ ਅੱਜ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਭੈਣ ਜੀ ਰਮਨਦੀਪ ਕੌਰ ਜੀ ਜੁੜੇ ਨੇ, ਜੋ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਨਿਭਾ ਰਹੇ ਆ। ਸੋ ਭੈਣ ਜੀਆਂ ਨੂੰ ਬੇਨਤੀ ਹੈ ਜੀ, ਰਮਨਦੀਪ ਕੌਰ ਜੀ ਨੂੰ, ਕਿ ਉਹ ਆਪਣਾ ਵਿਸ਼ਾ ਲੈਣਗੇ ਜੀ। ਅੱਜ ਦਾ ਉਹਨਾਂ ਦਾ ਵਿਸ਼ਾ ਹੈ ਗੁਰਬਾਣੀ ਅਤੇ ਸਾਇੰਸ। ਬੱਚਿਆਂ ਨੂੰ ਬੇਨਤੀ ਹੈ ਕਿ ਜਿਹੜੇ ਫਾਲਤੂ ਚੈਟ ਕਰ ਰਹੇ ਆ ਉਹ ਪਲੀਜ਼ ਬੰਦ ਕਰ ਦਿਓ। ਜੋ ਵੀ ਭੈਣ ਜੀ ਤੁਹਾਡੇ ਲਈ ਕੋਈ ਸਵਾਲ ਪੁੱਛਦੇ ਨੇ ਤਾਂ ਉਸ ਦਾ ਜਵਾਬ ਦੇਣ ਲਈ ਤੁਸੀਂ ਚੈਟ ਕਰ ਸਕਦੇ ਹੋ, ਲਿਖ ਸਕਦੇ ਹੋ। ਉਸ ਤੋਂ ਇਲਾਵਾ ਹੋਰ ਹੁਣ ਕੁਝ ਨਹੀਂ ਕੋਈ ਲਿਖੇਗਾ, ਕਿਉਂਕਿ ਬੋਲਣ ਵਾਲੇ ਨੂੰ ਫਿਰ ਡਿਸਟਰਬੈਂਸ ਹੁੰਦੀ ਹੈ। ਇਸ ਕਰਕੇ ਬੱਚਿਆਂ ਨੂੰ ਬੇਨਤੀ ਹੈ, ਹੁਣ ਜਿੰਨੇ ਵੀ ਆਪਾਂ ਜੁੜ ਚੁੱਕੇ ਹਾਂ ਬੜੇ ਧਿਆਨ ਦੇ ਨਾਲ ਆਪਾਂ ਭੈਣ ਜੀ ਦੇ ਵਿਚਾਰ ਸੁਣਨੇ ਆ। ਸੋ ਬੇਨਤੀ ਹੈ ਭੈਣ ਜੀ ਨੂੰ ਕਿ ਉਹ ਆਪਣੇ ਵਿਚਾਰ ਰੱਖਣਗੇ ਜੀ। ਹਾਂਜੀ, ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ। ਹਰ ਆਪੇ ਹੀ ਮਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ ਦੇ ਮਹਾਂਵਾਕ ਅਨੁਸਾਰ ਅੱਜ ਆਪਾਂ ਸਿੱਖ ਸੰਗਤ ਬੱਚਿਆਂ ਦੇ ਰੂਪ ਵਿੱਚ
ਸੰਗਤ ਦੇ ਰੂਪ ਵਿੱਚ ਜੁੜ ਕੇ ਇੱਕ ਵੈਬੀਨਾਰ ਦੇ ਰਾਹੀਂ, ਜੋ ਕਿ ਪਿਛਲੇ ਸਮੇਂ ਤੋਂ ਕਰੋਨਾ ਮਹਾਮਾਰੀ ਚੱਲ ਰਹੀ ਹੈਗੀ, ਉਹਦੇ ਕਰਕੇ ਆਪਾਂ ਫੇਸ ਟੂ ਫੇਸ ਤਾਂ ਨਹੀਂ ਮਿਲ ਸਕਦੇਗੇ, ਲੇਕਿਨ ਇੱਕ ਇਸ ਜ਼ੂਮ ਦੇ ਰਾਹੀਂ ਆਪਾਂ ਜੁੜੇ ਹੋਏ ਹਾਂ ਸੰਗਤੀ ਰੂਪ ਵਿੱਚ, ਜੋ ਆਪਾਂ ਸਤ ਸੰਗਤ ਕਰ ਰਹੇ ਹਾਂ। ਗੁਰੂ ਮਹਾਰਾਜ ਦੀ ਮਿਹਰ ਦੇ ਸਦਕਾ ਮਹਾਰਾਜ ਜਿੱਥੇ ਆਪਾਂ ਨੂੰ ਇਸ ਸੰਗਤ ਦੀ ਬਖਸ਼ਿਸ਼ ਕੀਤੀ ਹੋਈ ਹੈ ਮਾਲਕ ਨੇ, ਉੱਥੇ ਆਪਾਂ ਇੱਕ ਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੇ ਹਾਂ ਤੇ ਆਪਣੀ ਇਕਾਗਰਤਾ ਬਣਾਈਏ। ਜਿੰਨਾ ਤੱਕ ਅਸੀਂ ਆਪਣੀ ਇਕਾਗਰਤਾ ਨਹੀਂ ਬਣਾਵਾਂਗੇ, ਉਹਨਾਂ ਤੱਕ ਸਾਡਾ ਜਿਹੜਾ ਵੈਬੀਨਾਰ ਹੈਗਾ, ਸੁਣਨਾ, ਤੁਹਾਡਾ ਸੁਣਨਾ ਔਰ ਮੇਰਾ ਬੋਲਣਾ, ਇਹ ਸਫਲ ਨਹੀਂ ਹੋਵੇਗਾ। ਕਿਉਂਕਿ ਕਿਤੇ ਨਾ ਕਿਤੇ ਦਿਮਾਗ ਜੇ ਇੱਧਰ ਉੱਧਰ ਚੱਲੇਗਾ ਤਾਂ ਉਹਦੇ ਵਿੱਚ ਕੀ ਆ, ਦਿਮਾਗ 'ਚ ਕੋਈ ਨਾ ਕੋਈ ਫੁਰਨਾ ਚੱਲੇਗਾ। ਫੁਰਨੇ ਦੇ ਨਾਲ ਕੀ ਹੈ, ਤਾਂ ਅਸੀਂ ਡਿਸਟਰਬ ਹੋਵਾਂਗੇ। ਜਿਹੜੀ ਗੱਲ ਅਸੀਂ ਤੁਹਾਨੂੰ ਦੱਸਣੀ ਹੈ ਜਾਂ ਤੁਸੀਂ ਸੁਣਨੀ ਹੈ, ਉਹਦੇ ਵਿੱਚ ਆਪਣੀ ਡਿਸਟਰਬੈਂਸ ਕ੍ਰੀਏਟ ਕਰਾਂਗੇ ਤਾਂ ਆਪਾਂ ਅਸਫਲ ਹੋ ਜਾਵਾਂਗੇ। ਤਾਂ ਜਿਹੜਾ ਅੱਜ ਦਾ ਵਿਸ਼ਾ ਹੈ ਗੁਰਬਾਣੀ ਅਤੇ ਵਿਗਿਆਨ। ਜੇਕਰ ਅਸੀਂ ਗੁਰਬਾਣੀ ਦੀ ਜਦੋਂ ਗੱਲ ਕਰਦੇ ਹਾਂ, ਗੁਰੂ ਪਾਤਸ਼ਾਹ ਜੀ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ, ਗੁਰੂ ਮਹਾਰਾਜ ਜੀ ਨੇ, ਜੋ ਅੱਜ ਸਾਇੰਸ ਨੇ ਪ੍ਰੂਵ ਕੀਤਾ ਜਾਂ ਸਾਇੰਟਿਸਟਾਂ ਨੇ ਰਿਸਰਚ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਗੁਰਬਾਣੀ ਵਿੱਚ 10 ਪਾਤਸ਼ਾਹੀਆਂ ਦੇ ਰੂਪ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਝੋਲੀ ਵਿੱਚ ਸਾਡੀ ਵਿੱਚ ਪਾ ਗਏ ਨੇਗੇ। ਲੇਕਿਨ ਉਹਦੇ ਵਿੱਚ ਕੀ ਹੈ, ਅੱਜ ਜੇਕਰ ਅਸੀਂ ਗੁਰਬਾਣੀ ਅਤੇ ਸਾਇੰਸ ਹੈ ਦੋਨੋਂ ਰਿਸਰਚ ਦੇ ਵਿਸ਼ੇ, ਇਹ ਰਿਸਰਚ ਦੇ ਵਿਸ਼ੇ ਦੋਨੋਂ ਹੋਣ ਦੇ ਕਰਕੇ ਰਿਸਰਚ ਅਸੀਂ ਕਾਸਤੀ ਕਰਨੀ ਹੈ। ਜੇਕਰ ਅਸੀਂ ਗੁਰਬਾਣੀ ਅਨੁਸਾਰ ਰਿਸਰਚ ਦੇਖੀਏ ਤਾਂ ਅਸੀਂ ਆਪਣੇ ਸਰੀਰ ਦੀ ਰਿਸਰਚ ਕਰਨੀ ਹੈ, ਅਸੀਂ ਆਪਣੇ ਮਨ ਦੀ ਰਿਸਰਚ ਕਰਨੀ ਹੈ। ਲੇਕਿਨ ਜੇਕਰ ਦੂਜੇ ਪਾਸੇ ਅਸੀਂ ਸਾਇੰਸ ਦੀ ਰਿਸਰਚ ਦੇਖਦੇ ਹਾਂ, ਸਾਇੰਸ ਦੀ ਰਿਸਰਚ ਕੀ ਹੈ, ਉਹ ਇੱਕ ਬਾਹਰੀ ਰਿਸਰਚ ਹੈ। ਜਿਹੜੀ ਗੁਰਬਾਣੀ ਦੀ ਰਿਸਰਚ ਹੈਗੀ, ਉਹ ਇੱਕ ਅੰਦਰੂਨੀ ਰਿਸਰਚ ਹੈ। ਇਹ ਤਾਂ ਮੇਰਾ ਇੱਕ ਮੁੱਢਲੀ ਜੀ ਭੂਮਿਕਾ ਸੀ। ਔਰ ਮੈਂ ਆਪ ਜੀ ਨੂੰ ਦੱਸ ਦੇਵਾਂ, ਜੋ ਕਿ ਅੱਜ ਵੀਰ ਜੀ ਹੁਣਾਂ ਦਾ, ਜਸਵੀਰ ਸਿੰਘ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੈਨੂੰ ਆਪ ਜੀ ਦੇ ਸੰਗਤ ਦੇ ਦਰਸ਼ਨ ਕਰਵਾਏ ਹਨ। ਔਰ ਇਹ ਜੋ ਚੱਲ ਰਿਹਾ ਹੈ ਆਪਣੇ ਗੁਰੂ ਨਾਨਕ ਮਲਟੀਵਰਸਿਟੀ ਵੱਲੋਂ, ਇੱਕ ਬਹੁਤ ਵਧੀਆ ਤੇ ਯੋਗ ਉਪਰਾਲਾ ਹੈ ਬੱਚਿਆਂ ਨੂੰ ਜੋੜਨ ਦਾ। ਕਿਉਂਕਿ ਜਿਹੜੇ ਬੱਚੇ ਹੁੰਦੇ ਹਨ, ਉਹ ਸਾਡੀ ਪਨੀਰੀ ਨੇਗੇ। ਜੇਕਰ ਅਸੀਂ ਪਨੀਰੀ ਦੀ ਸੰਭਾਲ ਹੀ ਨਾ ਕਰਾਂਗੇ ਤਾਂ ਅਸੀਂ ਫਸਲ ਦੀ ਆਸ ਕਰਨੀ ਛੱਡ ਦਈਏ ਕਿ ਸਾਡੇ ਫਸਲ ਜਿਹੜੀ ਹੈ ਉਹ ਚੰਗੀ ਹੋਵੇਗੀ, ਜਾਂ ਜਿਹੜੀ ਸਾਡੀ ਧਰਤੀ ਹੈ ਉਹ ਉਪਜਾਊ ਰਹਿ ਪਾਵੇਗੀ, ਇਹ ਆਸ ਅਸੀਂ ਛੱਡ ਦਈਏ। ਇਹ ਇੱਕ ਬਹੁਤ ਨੇਕ ਤੇ ਯੋਗ ਉਪਰਾਲਾ ਹੈ ਜੋ ਵੀਰ ਜੀ ਹੁਣੇ ਕਰ ਰਹੇ ਨੇਗੇ। ਮੇਰਾ ਸਿਜਦਾ ਹੈ ਵੀਰ ਜੀ ਹੁਣਿਆਂ ਨੂੰ, ਇਹ ਉਪਰਾਲਾ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਲਗਾਤਾਰ ਜਾਰੀ ਰੱਖਣ। ਔਰ ਆਓ ਆਪਾਂ ਆਪਣੇ ਵਿਸ਼ੇ ਵੱਲ ਨੂੰ ਹੋਈਏ। ਗੁਰਬਾਣੀ ਹੈ, ਗੁਰਬਾਣੀ ਵਿੱਚ ਜਿੱਥੇ ਪਾਤਸ਼ਾਹ ਜੀ ਨੇ ਇੱਕ ਓੰਕਾਰ ਤੋਂ ਲੈ ਕੇ 1810-20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚ 1430 ਅੰਗ ਵਿੱਚ ਲਿਖੀ ਹੋਈ ਹੈ, ਉੱਥੇ ਸਾਰੀ ਦੀ ਸਾਰੀ ਗੁਰਬਾਣੀ ਮਨੁੱਖੀ ਮਨ ਤੇ ਹੈ। ਮਨ ਨੂੰ ਕੀ ਕਰਨਾ ਹੈ, ਅਸੀਂ ਮਨ ਨੂੰ ਕਿੱਧਰਲੇ ਪਾਸੇ ਨੂੰ ਲੈ ਕੇ ਜਾਣਾ ਹੈ, ਮਨ ਦਾ ਅਸੀਂ ਕੀ ਕਰਨਾ, ਆਪਣੇ ਸਰੀਰ ਦਾ ਅਸੀਂ ਕੀ ਕਰਨਾਗਾ, ਸਾਇੰਸ ਦਾ ਅਸੀਂ, ਜੋ ਸਾਇੰਸ ਨੇ ਅੱਜ ਮਨੁੱਖ ਨੂੰ ਸਹੂਲਤਾਂ ਜ਼ਰੂਰ ਦੇ ਦਿੱਤੀਆਂ ਨੇ, ਲੇਕਿਨ ਉਹਨਾਂ ਮਨੁੱਖੀ ਦਿਮਾਗ ਨੂੰ ਕੀ ਹੈ, ਡਿਸਟਰਬ ਵੀ ਕੀਤਾ ਹੋਇਆ। ਜੇਕਰ ਸਹੂਲਤ ਦਿੱਤੀ ਹੈ, ਸਹੂਲਤ ਦੇ ਨਾਲ ਨਾਲ ਸਾਨੂੰ ਉਹਨੇ ਦੁੱਖ ਤਕਲੀਫ ਵੀ ਦਿੱਤੇ ਹੋਏ ਨੇਗੇ। ਜਿੰਨੀ ਸਹੂਲਤ ਹੈਗੀ ਉਨੀ ਸਾਡੀ ਅੱਜ ਬਿਮਾਰੀ ਵਧੀ ਹੋਈ ਹੈਗੀ। ਹਰ ਤੀਜੇ ਘਰ ਵਿੱਚ ਹਰ ਤੀਜਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ। ਇਹ ਕੀ ਆ, ਇਹ ਦੇਣ ਕਿਹਦੀ ਆ, ਸਾਇੰਸ ਦੀ ਦੇਣ ਹੈਗੀ। ਤੇ ਇਹ ਦੇਣ ਕਿਉਂ ਹੈ? ਕਿਉਂਕਿ ਅਸੀਂ ਆਪਣੇ ਮੂਲ ਨਾਲੋਂ ਟੁੱਟੇ ਹੋਏ ਹਾਂ, ਗੁਰਬਾਣੀ ਨਾਲੋਂ ਟੁੱਟੇ ਹੋਏ ਹਾਂ। ਜਦੋਂ ਕੋਈ ਵੀ ਪੱਤਾ ਮੂਲ ਨਾਲੋਂ ਟੁੱਟ ਕੇ, ਟਹਿਣੀ ਨਾਲੋਂ ਟੁੱਟ ਕੇ ਥੱਲੇ ਡਿੱਗਦਾ ਹੈ, ਉਹ ਇੱਕ ਵਾਰੀ ਤਾਂ ਪਿਘਲਾਉਂਦਾ ਹੈ, ਉਹਦਾ ਰੰਗ ਪੀਲਕ ਵਿੱਚ ਜਾਂਦਾ ਹੈ, ਪੀਲਕ ਵਿੱਚ ਜਾ ਕੇ ਉਸ ਤੋਂ ਬਾਅਦ ਉਹ ਸੜ ਜਾਂਦਾ ਹੈ। ਇਸੇ ਤਰ੍ਹਾਂ ਅੱਜ ਇਹ ਸਾਡੇ ਹਾਲਾਤ ਹੋਏ ਨੇਗੇ। ਹਾਲਾਤ ਸਾਡੇ ਇਸ ਕਰਕੇ ਹੋਏ ਨੇ ਕਿਉਂਕਿ ਅਸੀਂ ਅੱਜ ਉਹ ਗੁਰਬਾਣੀ ਵਿਸਾਰ ਦਿੱਤੀ ਹੈ। ਵਿਸਾਰੀ ਅਸੀਂ ਕਿਵੇਂ ਆ, ਇਹ ਮੇਰਾ ਕਹਿਣਾ, ਜਿਹੜਾ ਮੇਰਾ ਪਰਸਨਲੀ ਅਨੁਭਵ ਹੈਗਾ, ਉਹਦੇ ਵਿੱਚ ਇਹ ਨਹੀਂ ਕਹਿੰਦੇ ਕਿ ਅਸੀਂ ਗੁਰਬਾਣੀ ਪੜ੍ਹਦੇ ਨਹੀਂ ਹੈਗੇ। ਗੁਰਬਾਣੀ ਪੜ੍ਹਦੇ ਵੀ ਆ, ਪਾਠ ਵੀ ਕਰਦੇ ਆ, ਨਿਤਨੇਮ ਵੀ ਕਰਦੇ ਹਾਂ ਅਸੀਂ, ਲੇਕਿਨ ਗੁਰੂ ਘਰ ਵੀ ਜਾਂਦੇ ਆ, ਮੱਥਾ ਵੀ ਟੇਕਦੇ ਆ, ਸਾਰਾ ਕੁਛ ਕਰਦੇ ਆਂਗੇ ਅਸੀਂ। ਸ੍ਰੀ ਅਖੰਡ ਪਾਠ ਸਾਹਿਬ ਵੀ ਕਰਵਾਉਣੇ ਆ, ਸਹਿਜ ਪਾਠ ਵੀ ਕਰਵਾਉਣੇ ਆ, ਸਾਡੇ ਬੱਚੇ ਵੀ ਪਾਠ ਕਰਦੇ ਨੇ, ਲੇਕਿਨ ਅਸੀਂ ਉਸ ਨੂੰ ਆਪਣੇ ਆਪ ਤੇ ਅਪਲਾਈ ਨਹੀਂ ਕਰਦੇ ਹੈਗੇ ਵੀ ਸਾਨੂੰ ਗੁਰਬਾਣੀ ਕਹਿੰਦੀ ਕੀ ਹੈਗੀ।
ਗੁਰਬਾਣੀ ਸਾਨੂੰ ਕੀ ਕਹਿੰਦੀ ਹੈ ਤੇ ਅਸੀਂ ਜੀਵਨ ਨੂੰ ਕਿਵੇਂ ਜਿਉਣਾਗਾ। ਇਹ ਸਾਡੀ ਅੱਜ ਸਾਡੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ, ਸਾਡੀ ਖਾਮੀ ਹੈਗੀ। ਅਸੀਂ ਸਾਇੰਸ ਵੱਲ ਭੱਜ ਰਹੇ ਹਾਂਗੇ। ਅੱਜ ਜਿਹੜੇ ਸਾਡੇ ਸਟੂਡੈਂਟ ਨੇਗੇ, ਸਾਡੇ ਸਟੂਡੈਂਟ ਮੇਰਾ ਧਰਮ ਦਾ ਵਿਸ਼ਾ ਹੋਣ ਦੇ ਨਾਤੇ ਜਿਹੜੇ ਜ਼ਿਆਦਾਤਰ ਸਟੂਡੈਂਟ ਨੇਗੇ, ਮੈਂ ਆਪਣੀ ਨਿੱਜੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ, ਕਿਉਂਕਿ ਜਦੋਂ ਮੇਰੇ ਪੇਰੈਂਟਸ ਨੇ ਮੈਨੂੰ ਪੜ੍ਹਾਉਣ ਲਾਉਣਾ ਸੀਗਾ ਤਾਂ ਮੈਨੂੰ ਕਹਿੰਦੇ ਕਿ MBBS ਕਰਵਾਉਣੀ ਹੈਗੀ, ਲੇਕਿਨ ਮੇਰਾ ਉਧਰ ਇੰਟਰਸਟ ਨਹੀਂ ਸੀ। ਮੈਂ ਆਪਣੇ ਮਾਂ-ਬਾਪ ਨੂੰ ਕਿਹਾ ਵੀ ਮੈਂ ਤਾਂ ਧਰਮ ਹੀ ਪੜ੍ਹਨਾ ਗਾ, ਕਿਉਂਕਿ ਜਦੋਂ ਮੈਂ ਪੜ੍ਹਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਮੈਂ ਡਿਪਲੋਮਾ ਇਨ ਡਿਵਿਨਿਟੀ ਕੀਤਾ ਤਾਂ ਮੇਰੇ ਇੱਕ ਮਨ ਵਿੱਚ ਇਹ ਆ ਗਿਆ, ਜਦੋਂ ਮੈਂ ਗੁਰਬਾਣੀ ਨੂੰ ਥੋੜਾ ਜਿਹਾ ਜਾਣਿਆ, ਥੋੜਾ ਜਿਹਾ ਮਤਲਬ ਨਿਤਨੇਮ ਜਸਟ ਜਪਜੀ ਸਾਹਿਬ ਦਾ ਤੇ ਰਹਿਰਾਸ ਸਾਹਿਬ ਦਾ ਹੀ ਪਾਠ ਸਟਾਰਟ ਕੀਤਾ ਸੀਗਾ, ਉਹਦੇ ਵਿੱਚੋਂ ਇਸ ਤਰ੍ਹਾਂ ਦਾ ਆਨੰਦ ਆਉਣ ਲੱਗਿਆ ਤਾਂ ਮੈਂ ਘਰਦਿਆਂ ਨੂੰ ਕਿਹਾ ਵੀ ਮੈਂ ਪੜ੍ਹਾਈ ਧਰਮ ਦੀ ਹੀ ਕਰਨੀ ਆ, ਚਾਹੀਦੀ ਕੁਛ ਵੀ ਹੋ ਜੇ। ਤਾਂ ਉਹਨਾਂ ਨੇ ਚਲੋ ਨਹੀਂ ਮਤਲਬ ਮੈਨੂੰ ਰੋਕਿਆ, ਤਾਂ ਅਸੀਂ ਉਸ ਪਾਸੇ ਲੱਗੇ ਰਹੇ PhD ਕੀਤੀ, ਗੁਰਬਾਣੀ ਵਿੱਚ ਮਤਲਬ ਲਗਾਤਾਰ ਸਹਿਜ ਪਾਠ ਜਾਰੀ ਰੱਖਿਆ। ਬਾਣੀ ਵਿੱਚ ਕੀ ਹੈ, ਬਾਣੀ ਸਾਨੂੰ ਕੀ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਆਪਣਾ ਮੂਲ ਕਿਵੇਂ ਪਛਾਣਾਂਗਾ? ਅਸੀਂ ਸਾਇੰਸ ਦੇ ਨਾਲ ਇੱਕ ਪਾਸੇ ਸਾਇੰਸ ਹੈ ਤੇ ਇੱਕ ਪਾਸੇ ਗੁਰਬਾਣੀ ਹੈ, ਲੇਕਿਨ ਜਿਹੜੀ ਅੱਜ ਦੀ ਸਾਡੀ ਜਨਰੇਸ਼ਨ ਹੈ, ਯੂਥ ਜਨਰੇਸ਼ਨ ਜ਼ਿਆਦਾਤਰ ਸਾਡੇ ਨਾਲ ਅੱਜ ਇੱਥੇ ਜੁੜੀ ਹੋਈ ਹੈ। ਉਹਨਾਂ ਦੇ ਪੇਰੈਂਟਸ ਵੀ ਕਿਸੇ ਬੱਚੇ ਨੂੰ ਕਹਿੰਦੇ ਹੋਣਗੇ ਤੁਸੀਂ ਮੈਡੀਕਲ ਲਓ, ਕਿਸੇ ਨੂੰ ਕਹਿੰਦੇ ਹੋਣਗੇ ਨੌਨ ਮੈਡੀਕਲ ਲਓ, ਲੇਕਿਨ ਮੇਰਾ ਇੱਕ ਕਹਿਣਾ ਗਾ, ਮੈਂ ਜੋ ਰਿਸਰਚ ਕੀਤੀ ਹੈ, ਮੈਂ ਕਹਿੰਦੀ ਹਾਂ ਜਿਹੜਾ ਧਰਮ ਦਾ ਸਬਜੈਕਟ ਹੈਗਾ ਉਹ ਸਾਰਿਆਂ ਨਾਲੋਂ ਕੰਪਲੀਕੇਟਡ ਸਬਜੈਕਟ ਹੈਗਾ। ਕੰਪਲੀਕੇਟਡ ਸਬਜੈਕਟ ਹੋਣ ਦੇ ਨਾਂ ਤੇ ਇਸ ਦੀ ਰਿਸਰਚ ਕਦੇ ਵੀ ਖਤਮ ਨਹੀਂ ਹੋ ਸਕਦੀਗੀ। ਅਸੀਂ ਜੇਕਰ ਪੂਰੀ ਜ਼ਿੰਦਗੀ ਇਸ ਰਿਸਰਚ ਤੇ ਲਾ ਦੇਈਏ, ਲੇਕਿਨ ਇੱਕ ਸਾਇੰਸ ਦੀ ਤਾਂ ਇੱਕ ਹੱਦ ਹੈਗੀ ਰਿਸਰਚ ਦੀ। ਇੱਕ ਸਾਇੰਸ ਦੀ ਤੁਸੀਂ ਬੁੱਕ ਲਿਖ ਲਓਗੇ, ਸਾਇੰਸ ਚੋਂ ਇੱਕ ਬੁੱਕ ਲਿਖ ਕੇ ਇੱਕ ਥਿਊਰੀ ਤਿਆਰ ਕਰ ਦੋਗੇ, ਇੱਕ ਐਕਸਪੈਰੀਮੈਂਟ ਦੇ ਦੋਗੇ ਸਾਇੰਸ ਦਾ, ਲੇਕਿਨ ਜਿਹੜੀ ਸਮੁੰਦਰ ਹੈਗਾ ਨਾ, ਜਿੰਨਾ ਤੁਸੀਂ ਡੂੰਘਾ ਜਾਓਗੇ ਓਨਾ ਹੀ ਤੁਹਾਨੂੰ ਨਿਤ ਨਵਾਂ ਅਨੁਭਵ ਹੋਏਗਾ। ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੈ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਸਾਹਿਬ ਨੀਤ ਨਵਾਂ, ਉਹ ਨੀਤ ਨਵਾਂ ਉੱਥੇ ਕਿਵੇਂ ਹੈ? ਕਿਉਂਕਿ ਸਾਨੂੰ ਜਿਹੜਾ ਅਨੁਭਵ ਹੈ ਉਹ ਨਿਤ ਨਵਾਂ ਅਨੁਭਵ ਮਿਲਦਾ ਹੈ। ਗੁਰਬਾਣੀ ਸਾਡੇ ਸਰੀਰ ਤੇ ਹੈਗੀ, ਗੁਰਬਾਣੀ ਸਾਡੇ ਸਰੀਰ ਤੇ ਹੋਣ ਕਰਕੇ ਸਾਨੂੰ ਫੀਲ ਕਰਾਉਂਦੀ ਹੈਗੀ ਅਸੀਂ ਕਿੱਥੋਂ ਆਏ ਹਾਂ, ਸਾਡੀ ਹੋਂਦ ਕੀ ਹੈ। ਅਸੀਂ 84 ਲੱਖ ਜੂਨ ਭੋਗ ਕੇ 84 ਲੱਖ ਜੂਨਾਂ ਤੋਂ ਬਾਅਦ ਮਾਨਸ ਜਨਮ ਹੈ ਜਿਹੜਾ, ਇਹ ਦੁਰਲੱਭ ਹੈਗਾ, ਬੜੀਆਂ ਔਖਾਂ ਨਾਲ ਮਿਲਿਆ ਹੋਇਆ ਇਹ ਜਨਮ ਹੈਗਾ, ਲੇਕਿਨ ਅਸੀਂ ਇਹ ਅਜਾਈ ਗਵਾ ਰਹੇ ਹਾਂਗੇ। ਇਸ ਜਨਮ ਨੂੰ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਤੋਂ ਦੂਰ ਕਰ ਰਹੇ ਹਾਂਗੇ। ਅੱਜ ਆਪਣੇ ਆਪ ਵਿੱਚ ਅਸੀਂ ਅਜਿਹੇ ਸਕੂਲਾਂ ਵਿੱਚ ਬੱਚਿਆਂ ਨੂੰ ਪਾ ਰਹੇ ਹਾਂ ਜਿੱਥੇ ਬੱਚਿਆਂ ਨੂੰ ਇਹੀ ਨਹੀਂ ਪਤਾਗਾ ਕਿ ਸਾਡੀ ਹੋਂਦ ਕੀ ਹੈਗੀ, ਸਾਡਾ ਧਰਮ ਕੀ ਹੈਗਾ। ਇਹ ਅੱਜ ਦੁਖਾਂਤ ਹੈਗਾ ਸਾਡਾ। ਅਸੀਂ ਅੱਜ ਕਾਲਜਾਂ ਸਕੂਲਾਂ ਵਿੱਚ ਜਾਂਦੇ ਹੈਗੇ ਜਾਂ ਫੀਲਡ ਵਿੱਚ ਵਿਚਰਦੇ ਹੈਗੇ ਤਾਂ ਸਾਨੂੰ ਉੱਥੇ ਬੜਾ ਦੁੱਖ ਲੱਗਦਾ ਹੈਗਾ। ਸਾਡੇ ਬੱਚੇ ਕਹਿੰਦੇ ਨੇ ਕਿ ਸਾਨੂੰ ਤਾਂ 10 ਪਾਤਸ਼ਾਹੀਆਂ ਦੇ ਨਾਮ ਹੀ ਨਹੀਂ ਪਤਾ। ਦੱਸੋ ਫਿਰ ਅਸੀਂ ਕੀ ਪ੍ਰਾਪਤੀ ਕਰਾਂਗੇ, ਕਿਹੜੇ ਅਸੀਂ ਧਰਮ ਵਿੱਚੋਂ ਆਂਗੇ, ਕਿਹੜਾ ਸਾਡਾ ਖੂਨ ਹੈਗਾ, ਕਿਹੜੀ ਸਾਡੀ ਹੋਂਦ ਹੈਗੀ, ਅਸੀਂ ਕਿੱਥੋਂ ਨਿਕਲੇ ਹੋਏ ਹਾਂ। ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੇਗੇ, ਸਾਡੇ ਮਾਤਾ ਜੀ ਮਾਤਾ ਸਾਹਿਬ ਕੌਰ ਜੀ ਨੇਗੇ। ਅਸੀਂ ਸ਼ਹੀਦਾਂ ਦੇ ਖੂਨ ਚੋਂ ਪੈਦਾ ਹੋਏ ਹਾਂ। ਲੇਕਿਨ ਜਿਹੜੀ ਸਾਇੰਸ ਹੈਗੀ, ਮੈਂ ਸਾਇੰਸ ਨੂੰ ਇੱਥੇ ਗਲਤ ਨਹੀਂ ਕਹਿੰਦੀ, ਲੇਕਿਨ ਗੁਰਬਾਣੀ ਨਾਲ ਕੰਪੈਰੀਜ਼ਨ ਕਰਦੇ ਆਂਗੇ ਸਾਇੰਸ ਦਾ, ਤਾਂ ਜਿਹੜੀ ਗੁਰਬਾਣੀ ਹੈ, ਗੁਰਬਾਣੀ ਕਿਤੇ ਕੋਹਾਂ ਪਰੇ ਹੈਗੀ। ਗੁਰਬਾਣੀ ਕੋਹਾਂ ਉੱਪਰ ਹੈਗੀ ਸਾਇੰਸ ਤੋਂ। ਸਾਇੰਸ ਦੀ ਇੱਕ ਹੱਦ ਹੈ, ਲੇਕਿਨ ਗੁਰਬਾਣੀ ਦੀ ਕੋਈ ਹੱਦ ਨਹੀਂ ਹੈ। ਸੋ ਅਸੀਂ ਸਾਇੰਸ ਦਾ ਦੇਖਦੇ ਆਂਗੇ। ਸਾਇੰਸ ਇੱਕ ਅਜਿਹਾ ਸਬਜੈਕਟ ਹੈਗਾ, ਮੈਡੀਕਲ ਲਾਈਨ 'ਚ 1 ਸਾਲ ਮੈਂ ਮੈਡੀਕਲ ਪੜ੍ਹਿਆ, ਉਹਦੇ ਵਿੱਚ ਕੀ ਦੇਖਦੇ ਆਂਗੇ, ਆਪਣੇ ਅਨੁਭਵ ਦੇ ਤੌਰ ਤੇ ਮੈਂ ਜੋ ਵੀ ਗੱਲ ਕਰਾਂਗੀ ਅਨੁਭਵ ਚੋਂ ਕਰਾਂਗੀ, ਉਹਦੇ ਵਿੱਚ ਕੀ ਦੇਖਦੇ ਆ। ਜਦੋਂ ਡਾਕਟਰ ਕੋਲ ਪੇਸ਼ੈਂਟ ਜਾਂਦਾ ਹੈਗਾ ਨਾ, ਤਾਂ ਡਾਕਟਰ ਪੇਸ਼ੈਂਟ ਨੂੰ ਪੁੱਛਦਾ ਹੈਗਾ ਵੀ ਤੈਨੂੰ ਬਿਮਾਰੀ ਕੀ ਹੈਗੀ। ਪੇਸ਼ੈਂਟ ਸਿੰਬਲਸ ਦੱਸਦਾ ਹੈਗਾ ਵੀ ਮੈਨੂੰ ਆਹ ਬਿਮਾਰੀ ਆ, ਆਹ ਬਿਮਾਰੀ ਆ। ਉਹਦੇ ਆਧਾਰ ਤੇ ਡਾਕਟਰ ਉਹਨੂੰ ਦੇਖਦਾ ਹੈਗਾ, ਦੱਸਦਾ ਹੈਗਾ, ਉਹਨੂੰ ਮੈਡੀਸਨ ਦੇ ਦਿੰਦਾ ਹੈਗਾ। ਚਲੋ ਕਈ ਵਾਰੀ ਮੈਡੀਸਨ ਕੰਮ ਕਰ ਜਾਂਦੀ ਹੈ, ਕਈ ਵਾਰੀ ਨਹੀਂ ਕਰਦੀ ਹੈਗੀ। ਲੇਕਿਨ ਜਦੋਂ ਐਂਡ ਵਾਲੀ ਸਟੇਜ ਹੁੰਦੀ ਹੈਗੀ,
एंड वाली स्टेज ते पेशेंट पिया गा और डॉक्टर खड़ा गा, लेकिन जो मनुख की डेथ होंदी हैगी डॉक्टर ये नहीं प्रूफ कर पाया भी जिहड़ी आत्मा हैगी जां साडे सवास हैगे वो साडे सवास किहड़े पासे दी जा रहे ने, नक राही निकल रहे ने, मूँह राही निकल रहे ने, कन्ना राही निकल रहे ने, पैरां राही निकल रहे ने। साइंस हजे तक यह प्रूफ नहीं कर पाई है। किन्ना भी साइंस किते भी रिसर्च कर लवे लेकिन यह प्रूफ नहीं कर पाई साइंस। दूसरे पासे असी देख देंगे फिर साइंस दा, लेकिन साइंस हजे तक यह प्रूफ नहीं कर पाई। असी जस्ट पढ़ सकते हैं, मिस्टिसिज्म नूं पढ़ते हैं। असी मिस्टिसिज्म विच यह दस्सिया होया कि रहस्यात्मक जीवन है मनुख दा, ਉਹਦੇ ਵਿੱਚ थोड़े टाइम ਲਈ ਸਾਨੂੰ रहस ਆਉਂਦਾ ਗਾ, ਸਾਨੂੰ आनंद ਆਉਂਦਾ ਗਾ, लेकिन यह नहीं हैगा। ਜਿਹੜਾ ਲਗਾਤਾਰ ਗੁਰਬਾਣੀ ਦਾ ਆਨੰਦ ਹੈਗਾ ਉਹ ਲਗਾਤਾਰ ਆਉਣਾ ਜਦੋਂ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਤੁਹਾਡੇ ਸਰੀਰ ਤੇ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਜਦੋਂ ਤੁਹਾਡੇ ਸਰੀਰ ਤੇ ਅਨੁਭਵ, ਜਿੰਨਾ ਤੱਕ ਤੁਹਾਨੂੰ ਸਰੀਰਕ ਅਨੁਭਵ ਨਹੀਂ ਨਾ ਹੁੰਦਾ ਹੈ ਉਹਨਾਂ ਤੱਕ ਗੁਰਬਾਣੀ ਤੁਸੀਂ ਪੜ੍ਹਨੀ नहीं हो कर सकते। गुरबाणी नूं लगातार पढ़ना, लगातार पढ़ी जाओ, लगातार पढ़ो। ਤਾਂ ਇੱਕ ਪਾਸੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਜੋ ਬਾਹਰੀ ਯੂਨੀਵਰਸਲ ਚ ਹੈਗਾ, ਬ੍ਰਹਮੰਡ ਚ ਹੈਗਾ, ਤਾਰੇ, ਗਲੈਕਸੀਆਂ, ਚੰਨ, ਸੂਰਜ, ਜੋ ਵੀ ਹੈਗਾ, ਆਲ ਪਤਾਲ, ਲਖ ਆਗਾਸ ਪਾਤਾਲਾ ਪਾਤਾਲ, ਬਾਣੀ ਵਿੱਚ ਅਸੀਂ ਲਗਾਤਾਰ ਪੜ੍ਹਦੇ ਆਂਗੇ ਉਹ ਕਿੰਨਾ ਕੁਛ ਹੈਗਾ। ਲੇਕਿਨ ਸਾਇੰਸ ਅੱਜ ਉਸ ਚੀਜ਼ ਨੂੰ ਮੰਨ ਰਹੀ ਹੈਗੀ। ਲੇਕਿਨ ਸਾਇੰਸ ਇਸ ਤੋਂ ਪਹਿਲੇ ਸਾਇੰਸ, ਜੇਕਰ ਸਾਇੰਸ ਆਪਣੇ ਆਧਾਰ ਤੇ ਇਹ ਪ੍ਰੂਫ ਕਰੇ ਵੀ ਅਸੀਂ ਰੋਟੀ ਖਾਧੀ ਹੈਗੀ ਤਾਂ ਜਿਹੜਾ ਰੋਟੀ ਖਾਣ ਤੋਂ ਬਾਅਦ ਜਿਹੜਾ HIV ਹੈਗਾ ਉਹ ਕਿਵੇਂ ਬਣਦਾ ਹੈਗਾ ਸਾਡੇ ਵਿੱਚ, ਇਹ ਸਾਇੰਸ ਹਜੇ ਤੱਕ ਪ੍ਰੂਫ ਨਹੀਂ ਕਰ ਪਾਏਗੀ। ਲੇਕਿਨ ਹਾਂ, ਸਾਇੰਸ ਨੇ ਇੰਨਾ ਪ੍ਰੂਫ ਕਰ ਲਿਆ ਵੀ ਸਾਡੇ ਵਿੱਚ ਇੰਨੀਆਂ ਹੱਡੀਆਂ ਹੈਗੀਆਂ, ਮਨੁੱਖ ਦਾ ਜਿਹੜਾ ਸਰੀਰਕ ਢਾਂਚਾ ਹੈਗਾ ਇਸ ਤਰ੍ਹਾਂ ਦਾ ਹੈਗਾ। ਤਾਂ ਅਸੀਂ ਇਹ ਜ਼ਰੂਰ ਦੇਖਦੇ ਆਂਗੇ ਸਾਇੰਸ ਵਿੱਚ ਇੱਕ ਬੱਚਾ ਹੁੰਦਾ ਹੈਗਾ ਮਾਂ ਦੇ ਪੇਟ ਵਿੱਚ। ਮਾਂ ਦੇ ਪੇਟ ਵਿੱਚ ਬੱਚਾ ਹੈਗਾ ਤਾਂ ਉਹ ਬੱਚੇ ਦਾ ਬਰਥ ਜਦੋਂ ਹੋ ਜਾਂਦਾ ਹੈ, ਠੀਕ ਹੈ, ਇਹ ਸੋਚਿਆ ਜਾਵੇ, ਅਸੀਂ ਆਪਣੇ ਆਪ ਕਈ ਵਾਰ ਸੋਚਦੇ ਹਾਂ ਬੱਚਾ ਛੋਟੇ ਸਾਈਜ਼ ਦਾ ਹੁੰਦਾ, ਛੋਟੇ ਤੋਂ ਉਸਦਾ ਜਿਹੜਾ ਸਰੀਰ ਹੈਗਾ ਵਧਣਾ ਸ਼ੁਰੂ ਹੋ ਜਾਂਦਾ ਹੈਗਾ ਲਗਾਤਾਰ ਉਮਰ ਦੇ ਮੁਤਾਬਕ। ਉਸੇ ਤਰ੍ਹਾਂ ਉਹਦਾ ਜਿਹੜਾ ਬ੍ਰੇਨ ਹੈਗਾ ਉਹ ਡਿਵੈਲਪ ਹੁੰਦਾ ਹੈਗਾ। ਔਰ ਜਿਹੜਾ ਹਾਰਟ ਹੈਗਾ, ਹਾਰਟ ਨਾਲ ਇਮੋਸ਼ਨਸ ਜੁੜਦੇ ਨੇਗੇ ਬੱਚੇ ਦੇ। ਇਮੋਸ਼ਨਸ ਜਦੋਂ ਜੁੜਦੇ ਨੇ ਉਸ ਤੋਂ ਬਾਅਦ ਜਦੋਂ ਉਹਦੇ ਇੰਨੇ ਕੁ ਇਮੋਸ਼ਨਸ ਜੁੜ ਜਾਂਦੇ ਨੇ, ਮਾਇਆ ਵਿੱਚ ਪੈ ਜਾਂਦਾ ਹੈਗਾ, ਪਰਿਵਾਰ ਦੀ ਮਾਇਆ ਵਿੱਚ ਪੈ ਕੇ ਉਸ ਤੋਂ ਬਾਅਦ ਉਹ ਪਰਮਾਤਮਾ ਨੂੰ ਭੁੱਲ ਜਾਂਦਾ ਹੈਗਾ। ਜਿਹੜਾ ਉਸਨੇ ਵਾਅਦਾ ਕੀਤਾ ਹੁੰਦਾ ਮਾਤਾ ਦੇ ਉਦਰ ਵਿੱਚ ਉਹ ਪਰਮਾਤਮਾ ਨਾਲੋਂ ਟੁੱਟ ਜਾਂਦਾ, ਉਹ ਭੁੱਲ ਜਾਂਦਾ ਹੈਗਾ, ਉਹ ਪਰਮਾਤਮਾ ਤੋਂ ਦੂਰ ਚਲਾ ਜਾਂਦਾ ਹੈਗਾ। ਤਾਂ ਉਹ ਕੀ ਐਂਡ ਤੇ ਜਾ ਕੇ ਜਦੋਂ ਉਸਦੀ ਡੈਥ ਹੋ ਜਾਂਦੀ ਹੈ, ਡੈਥ ਵਿੱਚ ਜਦੋਂ ਉਸਦਾ ਸੰਸਕਾਰ ਕੀਤਾ ਜਾਂਦਾ ਹੈਗਾ, ਸੰਸਕਾਰ ਇੱਕ ਮੁੱਠੀ ਪਰ ਸਵਾਹ ਬਣ ਜਾਂਦੀ ਹੈ ਤੇ 4 ਕੋ ਹੱਡੀਆਂ ਬਣ ਜਾਂਦੀਆਂ ਹਨ। ਤਾਂ ਸਾਇੰਸ ਉਸੇ ਤਰ੍ਹਾਂ, ਜੇਕਰ ਅਸੀਂ ਸਾਇੰਸ ਨੂੰ ਮੰਨੀਏ ਵੀ ਸਾਇੰਸ ਜੇਕਰ ਗੁਰਬਾਣੀ ਨਾਲੋਂ ਪਾਵਰਫੁਲ ਹੋਵੇ ਤਾਂ ਫਿਰ ਸਾਇੰਸ ਜਿਹੜਾ ਮਨੁੱਖੀ ਸਰੀਰ ਦਾ ਢਾਂਚਾ ਹੈਗਾ ਓਨਾ ਹੀ ਕਿਉਂ ਨਹੀਂ ਰੱਖ ਪਾਉਂਦੀ ਜਿੰਨਾ ਜਵਾਨੀ ਭਰ ਵਿੱਚ ਹੁੰਦਾ। ਕਿਉਂ ਸੁੰਗੜਨਾ ਸਟਾਰਟ ਹੋ ਜਾਂਦਾ 36 ਈਅਰ ਤੋਂ ਬਾਅਦ? ਤਾਂ ਉਹ ਅਸੀਂ ਸਾਇੰਸ ਨੂੰ ਦੇਖ ਨਹੀਂ ਰਹੇ, ਉਹ ਨਹੀਂ ਹੋਣਾ ਸੀਗਾ। ਉਹ ਅਸੀਂ ਬ੍ਰਹਮ ਦੇ ਵਿੱਚ ਆਲਰੇਡੀ ਲੀਨ ਹੀ ਰਹਿਣਾ ਸੀਗਾ। ਤਾਂ ਸਾਡੀ ਆਤਮਾ ਹੈਗੀ ਜਿਹੜੀ ਉਹ ਕਰਮਾਂ ਕਰਕੇ ਵਿਛੜੀ ਹੋਈ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, 4 ਕੁੰਟ ਦਹ ਦਿਸ ਪਰ ਮੇ ਥਕ ਆਏ ਪ੍ਰਭ ਕੀ ਸ਼ਾਮ। ਅਸੀਂ ਆਪਣੇ ਕੀਤੇ ਕਰਮਾਂ ਕਰਕੇ ਵਿਛੜੇ ਹੋਏ ਹਾਂ, ਲੇਕਿਨ ਉਹੀ ਕਰਮ ਅਸੀਂ ਹੁਣ ਫੇਰ ਕਰ ਰਹੇ ਹਾਂਗੇ। ਜਿਹੜੇ ਕਰਮਾਂ ਕਰਕੇ ਅਸੀਂ ਪਹਿਲਾਂ ਵਿਛੜ ਗਏ ਹਾਂਗੇ ਉਹੀ ਕਰਮ ਅਸੀਂ ਹੁਣ ਫੇਰ ਕਰ ਰਹੇ ਹਾਂਗੇ। ਅਸੀਂ ਹੁਣ ਫੇਰ ਨਹੀਂ ਗੁਰਬਾਣੀ ਪੜ੍ਹਦੇ, ਗੁਰਬਾਣੀ ਪੜ੍ਹਦੇ ਹਾਂ, ਮੱਥਾ ਟੇਕਦੇ ਹਾਂ। ਲੇਕਿਨ ਇੱਕ ਗੱਲ ਹੁੰਦੀ ਹੈ, ਜੇ ਅਸੀਂ ਗੁਰਬਾਣੀ ਪੜ੍ਹ ਰਹੇ ਹਾਂਗੇ, ਥਾਲ ਵਿੱਚ ਰੋਟੀ ਪਾਈ ਹੋਈ ਹੈ, ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਤਾ ਔਰ ਆਲੇ ਦੁਆਲੇ ਪਰਿਕਰਮਾ ਕਰ ਲਈਆਂ, ਨਿਤਨੇਮ ਕਰ ਲਿਆ, ਪਾਠ ਕਰ ਲਿਆ, ਲੇਕਿਨ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਕੀ ਹੈ ਅਸੀਂ ਉਹ ਨਹੀਂ ਪੜ੍ਹਿਆ। ਗੁਰਬਾਣੀ ਸਾਨੂੰ ਕਹਿੰਦੀ ਕੀ ਹੈ, ਅਸੀਂ ਉਹ ਨਹੀਂ ਪੜ੍ਹਿਆ, ਉਹ ਆਪਣੇ ਤੇ ਅਪਲਾਈ ਨਹੀਂ ਕੀਤਾ। ਲੇਕਿਨ ਦੂਜੇ ਪਾਸੇ ਅਸੀਂ ਕੀ ਕਰਦੇ ਆਂਗੇ, ਜੇ ਹੁਣ ਥਾਲ ਵਿੱਚ ਪਈ ਰੋਟੀ ਤੋਂ ਅਸੀਂ ਦੂਰੋਂ ਕਰੀ ਜਾਈਏ ਭੁੱਖ ਲੱਗੀ ਹੈ, ਭੁੱਖ ਲੱਗੀ ਹੈ, ਭੁੱਖ ਲੱਗੀ ਹੈ, ਭੁੱਖ ਤਾਂ ਸਾਡੀ ਫੇਰ ਹੀ ਮਿਟੇਗੀ ਜੇਕਰ ਅਸੀਂ ਰੋਟੀ ਖਾਵਾਂਗੇ।
ਜਿਹੜੀ ਸਾਡੀ ਆਤਮਾ ਦੀ ਤ੍ਰਿਪਤੀ ਹੈਗੀ ਉਹ ਫੇਰ ਹੀ ਹੋਏਗੀ ਜੇਕਰ ਅਸੀਂ ਗੁਰਬਾਣੀ ਨੂੰ ਆਧਾਰ ਬਣਾਵਾਂਗੇ। ਗੁਰਬਾਣੀ ਨੂੰ ਆਧਾਰ ਬਣਾਉਣਾ ਬਹੁਤ ਜ਼ਰੂਰੀ ਹੈ। ਤਾਂ ਉਹ ਕਿਵੇਂ ਬਣੇਗਾ? ਸਹਿਜ ਪਾਠ ਕਰਨਾ, ਲਗਾਤਾਰ ਸਹਿਜ ਪਾਠ ਕਰਨਾ, ਚਾਹੇ ਇੱਕ ਅੰਗ ਕਰੀਏ। ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ, ਗੁਰਬਾਣੀ ਦੇ ਅਨੁਸਾਰ ਉਹਨਾਂ ਦੀ ਜਿਹੜੀ ਮਨੋਬਿਰਤੀ ਹੈਗੀ ਉਸ ਨੂੰ ਅੱਗੇ ਵਧਾਉਣਾ। ਗੁਰਬਾਣੀ ਕੀ ਕਹਿੰਦੀ ਹੈ? ਸਿੱਖ ਇਤਿਹਾਸ ਨਾਲ ਜੋੜਨਾ। ਜੇਕਰ ਅਸੀਂ ਦੂਜੇ ਪਾਸੇ ਦੂਸਰੇ ਇਤਿਹਾਸ ਦੀ, ਦੂਸਰੇ ਧਰਮਾਂ ਦੀ ਗੱਲ ਕਰਦੇ ਹੈਗੇ ਤਾਂ ਉਹ ਕੀ ਹੈ? ਸਾਡਾ ਸਿੱਖ ਇਤਿਹਾਸ ਕਿੰਨਾ ਕੁਰਬਾਨੀਆਂ ਭਰਿਆ ਗਾ। ਤਾਂ ਭਾਈ ਤਾਰੂ ਸਿੰਘ ਜੀ ਦੀ ਅੱਗੇ ਸ਼ਤਾਬਦੀ ਆ ਰਹੀ ਹੈਗੀ, ਤਾਂ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪਰੀ ਲਹਾ ਦਿੱਤੀ ਸੀਗੀ ਸਿੱਖੀ ਲਈ। ਗੁਰੂ ਤੇਗ ਬਹਾਦਰ ਜੀ ਦਾ ਅੱਗੇ 400 ਸਾਲਾ ਆ ਰਿਹਾ। ਗੁਰੂ ਤੇਗ ਬਹਾਦਰ ਜੀ ਮਨੁੱਖੀ ਹੱਕਾਂ ਦੀ ਖਾਤਰ ਸ਼ਹਾਦਤ ਦੇ ਗਏ ਸੀਗੇ। ਲੇਕਿਨ ਅੱਜ ਅਸੀਂ ਕੀ ਹੈ? ਅਸੀਂ ਆਪਣੇ ਆਪ ਲਈ ਨਹੀਂ ਕਰ ਰਹੇ ਹੈਗੇ, ਦੂਸਰਿਆਂ ਲਈ ਤਾਂ ਬਹੁਤ ਦੂਰ ਦੀ ਹੈ ਗੱਲ ਹੈ ਕਰਨ ਦੀ। ਅਸੀਂ ਅੱਜ ਦੇਖਦੇ ਹੈਗੇ, ਆਲਾ ਦੁਆਲਾ ਦੇਖ ਰਹੇ ਹੈਗੇ, ਅਸੀਂ ਸਵਾਰਥੀ ਹੋ ਗਏ ਹਾਂ। ਸਵਾਰਥੀ ਹੋਣ ਦੇ ਬਜਾਏ ਉਹਦੇ ਵਿੱਚ ਸਾਡਾ ਕੀ ਹੈ? ਸਵਾਰਥਪਣ ਅਸੀਂ ਆਪਣਾ ਇੰਨਾ ਉਲਝਾ ਲਿਆ ਕਿ ਅਸੀਂ ਸਿਰਫ ਆਪਣੇ ਪਰਿਵਾਰ ਤੱਕ ਰਹਿ ਗਏ ਹੈਗੇ, ਪਰਿਵਾਰ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਗੇ। ਤਾਂ ਉਹ ਸਾਨੂੰ ਇਹਦੇ ਵਿੱਚ ਕੀ ਕਰਨਾ ਚਾਹੀਦਾ ਹੈਗਾ? ਸਾਨੂੰ ਸਾਇੰਸ ਦੇ, ਇੱਕ ਵੀਰ ਦਾ ਨੀਚੇ ਕਮੈਂਟ ਆ ਰਿਹਾ ਵੀ ਪਲੀਜ਼ ਸਾਇੰਸ ਦੀ ਉਦਾਹਰਣ ਦਿਓ। ਹਾਂਜੀ, ਸਾਇੰਸ ਦੀ ਹੀ ਉਦਾਹਰਣ ਦੇ ਰਹੇ ਆ। ਜਿਹੜੀ ਸਾਇੰਸ ਹੈਗੀ, ਸਾਇੰਸ ਦੇ ਨਾਲ ਨਾਲ ਸਾਇੰਸ ਦੇ ਅਨੁਸਾਰ ਅਸੀਂ ਇਹ ਦੇਖਣਾਗਾ, ਸਾਇੰਸ ਨੂੰ ਆਪਣੇ ਜਿਹੜੀ ਗੁਰਬਾਣੀ ਦੇ ਰਾਹੀਂ ਸਾਇੰਸ ਦੀ ਰਿਸਰਚ ਕਰਨੀ ਹੈਗੀ। ਅਸੀਂ ਵਿਸ਼ਾ ਜਿਹੜਾ ਅੱਜ ਹੈ ਉਹ ਗੁਰਬਾਣੀ ਅਤੇ ਸਾਇੰਸ ਹੈ, ਲੇਕਿਨ ਗੁਰਬਾਣੀ ਦੇ ਰਾਹੀਂ ਅਸੀਂ ਸਾਇੰਸ ਦੀ ਰਿਸਰਚ ਕਰਨੀ ਹੈ। ਗੁਰਬਾਣੀ ਦੇ ਰਾਹੀਂ ਸਾਇੰਸ ਦੀ ਰਿਸਰਚ ਕਿਵੇਂ ਕਰਨੀ ਹੈ? ਜਿਹੜਾ ਮਨੁੱਖੀ ਸਰੀਰ ਦਾ ਢਾਂਚਾ ਗਾ ਉਹਨੂੰ ਅਸੀਂ ਦੇਖਣਾ ਵੀ ਸਾਡੀ ਗੁਰਬਾਣੀ ਕੀ ਕਹਿੰਦੀ ਹੈਗੀ। ਤਾਂ ਸਾਇੰਸ ਉਹ ਕੀ, ਜਿਹੜੀ ਹੁਣ ਕਰੋਨਾ ਮਹਾਮਾਰੀ ਹੈਗੀ, ਬਿਮਾਰੀ ਚੱਲ ਰਹੀ ਹੈਗੀ, ਲੇਕਿਨ ਇਹ ਸਾਇੰਸ ਅੱਜ ਇਸ ਨੂੰ ਇੱਕ ਛੋਟਾ ਜਿਹਾ ਇਹ ਕੀਟਾਣੂ ਜਾਂ ਜੀਵਾਣੂ ਲਾ ਲਈਏ, ਲੇਕਿਨ ਉਹ ਨਹੀਂ ਪਤਾ ਕਰ ਪਾ ਰਹੇ ਵੀ ਇਹ ਪੈਦਾ ਕਿੱਥੋਂ ਹੋਈ ਹੈਗੀ। ਲੇਕਿਨ ਪੈਦਾ ਤਾਂ ਇਹ 84 ਲੱਖ ਜੂਨ ਚੋਂ ਹੀ ਹੋਈ ਹੈ ਨਾ। 84 ਲੱਖ ਜੂਨ ਚੋਂ ਗੁਰੂ ਮਹਾਰਾਜ ਨੇ ਇਹ ਪੈਦਾ ਕਰ ਦਿੱਤਾ ਹੈਗਾ। ਲੇਕਿਨ ਅਸੀਂ ਇਸ ਚੀਜ਼ ਨੂੰ, ਜਿਹੜੀ ਸਾਇੰਸ ਹੈਗੀ ਉਹ ਪ੍ਰੂਫ ਨਹੀਂ ਕਰ ਪਾ ਰਹੀ, ਸਾਇੰਸ ਇਸ ਨੂੰ ਲੱਭ ਨਹੀਂ ਰਹੀ, ਸਾਇੰਸ ਤੋਂ ਇਹਦਾ ਇਲਾਜ ਨਹੀਂ ਹੋ ਰਿਹਾ ਗਾ। ਜਿਵੇਂ ਕਹਿੰਦੇ ਹੁੰਦੇ ਹੈਗੇ ਲੋਹੇ ਨੂੰ ਲੋਹਾ ਕੱਟਦਾ ਗਾ, ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਚੀਜ਼ ਕੀ ਹੈਗੀ। ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਬਿਮਾਰੀਆਂ ਕਿੱਥੋਂ ਪੈਦਾ ਹੋ ਰਹੀਆਂ ਨੇਗੀਆਂ ਸਾਡੇ ਅੰਦਰ? ਉਹ ਸਾਡੇ ਵਿਕਾਰਾਂ ਤੋਂ ਪੈਦਾ ਹੋ ਰਹੀਆਂ ਨੇ, ਕਿਉਂਕਿ ਜਿਹੜੇ ਸਾਡੇ ਵਿਕਾਰ ਸਾਡੇ ਤੇ ਇੰਨੇ ਜ਼ਿਆਦਾ ਭਾਰੂ ਪੈ ਗਏ ਆ ਨਾ, ਉਹਨਾਂ ਕਰਕੇ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਸਾਡੇ ਵਿੱਚ। ਜਦੋਂ ਅਸੀਂ ਵਿਕਾਰਾਂ ਤੇ ਕਾਬੂ ਨਹੀਂ ਪਾ ਰਹੇ ਤਾਂ ਉੱਥੇ ਸਾਡੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈਗੀ। ਤਾਂ ਇਹਦੇ ਵਿੱਚ ਇਸ ਕਰਕੇ ਕੀ ਪ੍ਰੋਬਲਮ ਹੈ? ਅਸੀਂ ਸਾਇੰਸ ਨੂੰ ਜੇਕਰ ਪ੍ਰੈਫਰ ਕਰਦੇ ਆਂਗੇ, ਸਾਇੰਸ ਨੂੰ ਪ੍ਰੈਫਰ ਕਰੋ, ਲੇਕਿਨ ਇੰਨਾ ਵੀ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਇੰਸ ਦੇ ਵਿੱਚ ਹੀ ਉਹ ਕਰ ਦਈਏ। ਇੰਜੀਨੀਅਰ ਬੱਚੇ ਨੂੰ ਬਣਾਉਣਾਗਾ, ਬੱਚੇ ਨੂੰ ਮਕੈਨੀਕਲ ਦੀ ਸਟੱਡੀ ਕਰਵਾਉਣੀ ਹੈਗੀ, ਇੰਜੀਨੀਅਰ ਦੀ ਸਟੱਡੀ ਕਰਵਾਉਣੀ ਹੈਗੀ। ਅੱਜ ਕਿੰਨੇ ਗੁਰਸਿੱਖ ਬੱਚੇ ਪਾਇਲਟ ਬਣੇ ਹੋਏ ਨੇਗੇ, ਲੇਕਿਨ ਉਹਨਾਂ ਨੂੰ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਗੁਰਬਾਣੀ ਦੇ ਨਾਲ ਵੀ ਜੋੜਿਆ ਜਾਵੇ, ਗੁਰਬਾਣੀ ਦੇ ਅਨੁਸਾਰ ਵੀ ਉਹਨਾਂ ਨੂੰ ਰੱਖਿਆ ਜਾਵੇ। ਜਿਹੜਾ ਉਹਨਾਂ ਦਾ ਜੀਵਨ ਹੈ ਉਹ ਗੁਰਬਾਣੀ ਦੇ ਅਨੁਸਾਰ ਢਾਲਿਆ ਜਾਵੇ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਦੇਣ ਦਿੱਤੀ ਸੀਗੀ। ਗੁਰੂ ਸਾਹਿਬ ਵੇਲੇ ਵੀ ਗੁਰੂ ਗੋਬਿੰਦ ਸਿੰਘ ਜੀ, ਜੇਕਰ ਅਸੀਂ ਦੇਖਦੇ ਹਾਂਗੇ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਸੀ ਗੁਰੂ ਸਾਹਿਬ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੀਆਂ ਭਾਸ਼ਾਵਾਂ ਦਾ ਸੁਮੇਲ ਹੈ। ਤਾਂ ਉਹ ਕਿੱਥੋਂ ਆਇਆ ਹੈ? ਕਿ ਗੁਰੂ ਪਾਤਸ਼ਾਹ ਜੀ ਕਿਹੜੀਆਂ ਯੂਨੀਵਰਸਿਟੀਆਂ ਵਿੱਚ ਪੜ੍ਹੇ ਹੋਏ ਸੀਗੇ? ਉਹ ਅਕਾਲ ਪੁਰਖ ਖੁਦ ਸੀਗੇ। ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ। ਜਿਹੜੀ ਤੁਰਕੀ ਬਾਣੀ ਹੈ, ਤੁਰਕੀ ਬਾਣੀ ਦੇ ਰਾਹੀਂ ਅਸੀਂ ਸਾਇੰਸ ਦੀ ਰਿਸਰਚ ਕਰਨੀ, ਉਹਦਾ ਸੁਮੇਲ ਕਰਕੇ ਦੇਖਣਾ ਹੈਗਾ, ਸੁਮੇਲਤਾ ਨੂੰ ਲੈ ਕੇ ਆਉਣਾਗਾ ਵੀ ਸਾਇੰਸ ਕੀ ਹੈਗੀ। ਹੁਣ ਜੇਕਰ ਸਾਨੂੰ ਗੁਰੂ ਸਾਹਿਬਾਂ ਨੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਉੱਠਣ ਦਾ ਕਿਹਾ ਹੋਇਆ ਹੈ, ਉਹਦਾ ਇੱਕ ਸਾਇੰਟਿਫਿਕ ਰੀਜ਼ਨ ਹੈ। ਉਹਦਾ ਇੱਕ ਸਾਇੰਟਿਫਿਕ ਰੀਜ਼ਨ ਕੀ ਹੈਗਾ? ਕਿਉਂਕਿ ਜਿਹੜੇ ਸਵਾਸ ਹੈ, ਸਾਇੰਸ ਕਹਿੰਦੀ ਹੈਗੀ 12 ਵਜੇ ਤੋਂ ਬਾਅਦ
ਜਿਹੜੇ ਸਾਡੇ ਸਵਾਸ ਹੈ, ਸਵਾਸਾਂ ਦੀ ਲਹਿ ਹੈਗੀ ਜਿਹੜੀ ਉਹ ਦੁੱਗਣੀ ਹੋ ਜਾਂਦੀ ਹੈਗੀ। 12 ਵਜੇ ਤੱਕ ਸਵਾਸਾਂ ਦੀ ਲਹਿ ਹੈ ਜਿਹੜੀ ਉਹ ਘੱਟ ਹੁੰਦੀ ਹੈ, ਜਿਹੜੀ ਬਾਅਦ ਵਿੱਚ ਹੈਗੀ ਉਹ ਦੁੱਗਣੀ ਹੋ ਜਾਂਦੀ ਹੈ। ਇਸੇ ਲਈ ਜਿਹੜਾ 1 ਵਜੇ ਦਾ ਸਾਡਾ ਕੀ ਹੈਗਾ ਅੰਮ੍ਰਿਤ ਵੇਲਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉੱਠਣ ਦਾ ਕਿਹਾ ਹੋਇਆ ਹੈਗਾ। ਜਿਹੜੇ ਪਹਿਲਾਂ ਵਾਲੇ ਬਜ਼ੁਰਗ ਹੁੰਦੇ ਸੀਗੇ ਜਾਂ ਜਿਹੜੇ ਪਹਿਲਾਂ ਮਹਾਂਪੁਰਖ ਹੁੰਦੇ ਸੀਗੇ ਉਹ ਇਸੇ ਕਰਕੇ ਕੀ ਕਰਦੇ ਅੰਮ੍ਰਿਤ ਵੇਲੇ ਉੱਠਦੇ ਸੀ, ਜਾਂ ਉਹਨਾਂ ਦੀ ਜਿਹੜੀ ਆਰਜੂ ਸੀਗੀ, ਆਰਜੂ ਅੱਜ ਦੇ ਟਾਈਮ ਨਾਲੋਂ ਕਿਤੇ ਵੱਧ ਸੀਗੀ ਉਹਨਾਂ ਦੀ। ਤੇ ਅੱਜ ਦੀ ਆਰਜੂ ਕੀ ਆ, ਅੱਜ ਤਾਂ ਅਸੀਂ 11 ਵਜੇ ਉੱਠਦੇ ਹਾਂ ਜਾਂ 10 ਵਜੇ ਉੱਠਦੇ ਆਂਗੇ। ਇਸ ਕਰਕੇ ਸਾਨੂੰ ਇਹ ਪ੍ਰੋਬਲਮਸ ਆ ਰਹੀਆਂ। ਅਸੀਂ ਇਹ ਚੀਜ਼ਾਂ ਜਿਹੜੀਆਂ ਸਾਇੰਟੀਫਿਕ ਰੀਜ਼ਨ ਨੇਗੇ ਗੁਰਬਾਣੀ ਵਿੱਚ ਦੱਸੇ ਹੋਏ ਨੇ, ਕਿਉਂਕਿ ਅਸੀਂ ਰਿਸਰਚ ਗੁਰਬਾਣੀ ਦੀ ਨਹੀਂ ਕਰਦੇ। ਜੇਕਰ ਸਾਇੰਸ ਦੇ ਰਿਸਰਚ ਤਾਂ ਅਸੀਂ ਕਰ ਜ਼ਰੂਰ ਰਹੇ ਹਾਂ, ਲੇਕਿਨ ਨਾਲ ਨਾਲ ਗੁਰਬਾਣੀ ਦੀ ਰਿਸਰਚ ਕਰਨੀ ਜ਼ਰੂਰੀ ਆ। ਉਹਦੇ ਨਾਲ ਮਨ ਦੀ ਰਿਸਰਚ ਕਰਨੀ ਜ਼ਰੂਰੀ ਹੈਗੀ। ਮਨ ਕੀ ਹੈਗਾ, ਮਨੁੱਖੀ ਮਨ ਕੀ ਹੈ, ਮਨੁੱਖੀ ਮਨ ਕੀ ਕਹਿੰਦਾ ਹੈਗਾ, ਸਾਡਾ ਕਿੱਧਰ ਨੂੰ ਲਈ ਜਾ ਰਿਹਾ ਸਾਨੂੰ। ਜਿੰਨਾ ਤੱਕ ਅਸੀਂ ਆਪਣੀ ਰਿਸਰਚ ਨਹੀਂ ਕਰਦੇ ਉਹਨਾਂ ਤੱਕ ਬਾਹਰੀ ਰਿਸਰਚ ਦਾ ਫਾਇਦਾ ਨਹੀਂ ਹੈਗਾ ਮੇਰੇ ਹਿਸਾਬ ਨਾਲ। ਤਾਂ ਸੌਰੀ, ਮਾਫ ਕਰਨਾ ਜੇਕਰ ਕਿਸੇ ਵੀਰ ਨੂੰ ਇਸ ਗੱਲ ਦਾ ਮਤਲਬ ਗੁੱਸਾ ਲੱਗੇ ਜਾਂ ਕਿਵੇਂ, ਕਿਉਂਕਿ ਜਿਹੜਾ ਮਨੁੱਖੀ ਮਨ ਹੈਗਾ, ਜਿੰਨਾ ਤੱਕ ਮਨ ਨੂੰ ਅਸੀਂ ਆਤਮਾ ਦਾ ਸਰੂਪ ਨਹੀਂ ਨਾ ਬਣਾਉਂਦੇ ਹੈਗੇ, ਜਿਹੜੀ ਆਤਮਾ ਹੈਗੀ ਸਾਡੀ, ਕਿਉਂਕਿ ਆਤਮਾ ਪਰਮਾਤਮਾ ਦਾ ਅੰਸ਼ ਹੈਗਾ। ਆਤਮਾ ਪਰਮਾਤਮਾ ਦਾ ਅੰਸ਼ ਹੋਣੇ ਕਰਕੇ ਅਸੀਂ ਉਹਦੇ ਤੋਂ ਵਿਛੜੇ ਹੋਏ ਹਾਂ, ਉਹਦੇ ਅੰਸ਼ ਤੋਂ ਵਿਛੜੇ ਹੋਏ ਹਾਂ। ਜਿਵੇਂ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਜਿਹੜਾ ਪਵਨ ਹੈਗਾ ਉਹ ਗੁਰੂ ਆ, ਹਵਾ ਗੁਰੂ ਆ, ਕਿਉਂਕਿ ਹਵਾ ਦੇ ਕਰਕੇ ਬੋਲ ਰਹੇ ਹੈਗੇ। ਹੁਣ ਸ਼ਬਦਾਂ ਦਾ ਜਿਹੜਾ ਸੁਮੇਲ ਹੈਗਾ ਉਹ ਕਿਤੇ ਨਾ ਕਿਤੇ ਹਵਾ ਦਾ ਕਰਕੇ, ਜਿਹੜੇ ਹੁਣ ਫੇਫੜੇ ਹੈਗੇ, ਫੇਫੜਿਆਂ 'ਚ ਜੇਕਰ ਹਵਾ ਅੰਦਰ ਬਾਹਰ ਨਾ ਜਾਊਗੀ, ਸਵਾਸ ਨਾ ਆਊਗਾ ਸਾਨੂੰ, ਤਾਂ ਅਸੀਂ ਫਿਰ ਕਿਵੇਂ ਬੋਲਾਂਗੇ। ਜਿਹੜੇ ਸਾਡੇ ਸ਼ਬਦ ਹੈਗੇ ਕਿਵੇਂ ਪੈਦਾ ਹੋਣਗੇ ਸਾਡੇ ਅੰਦਰੋਂ, ਉਹ ਉੱਥੇ ਹੀ ਰੁਕ ਜਾਣਗੇ। ਜਿੰਨਾ ਤੱਕ ਸਾਡੇ ਕੋਲੇ ਪਹੁੰਚ ਨਹੀਂ ਹੈ ਉਹਨਾਂ ਤੱਕ ਜਿਹੜਾ ਸਾਡਾ ਸਰੀਰ ਹੈਗਾ ਉਹ ਡੈਡ ਹੈ। ਇਸ ਕਰਕੇ ਕੀ ਹੈਗਾ, ਪੌਣ ਜ਼ਰੂਰੀ ਹੈਗੀ। ਪੌਣ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿਹਾ, ਪੌਣ ਗੁਰੂ ਪਾਣੀ ਪਿਤਾ। ਪਵਨ ਆ ਜਿਹੜਾ ਉਹ ਗੁਰੂ ਆ, ਪਾਣੀ ਪਿਤਾ, ਮਾਤਾ ਧਰਤ ਮਹੱਤ। ਤਿੰਨਾਂ ਦਾ ਸੁਮੇਲ ਕਰ ਦਿੱਤਾ ਗੁਰੂ ਪਾਤਸ਼ਾਹ ਜੀ ਨੇ। ਸੁਮੇਲ ਤਾਂ ਕਿਵੇਂ ਆ, ਕਿਉਂਕਿ ਧਰਤੀ ਤੋਂ ਬਿਨਾਂ ਮਨੁੱਖ ਦਾ ਜਿਹੜਾ ਜੀਵਨ ਹੈਗਾ ਉਹ ਰਹਿ ਨਹੀਂ ਸਕਦਾ। ਜੇਕਰ ਅਸੀਂ ਕਹਾਂਗੇ ਵੀ ਧਰਤੀ ਨਹੀਂ ਹੈਗੀ, ਧਰਤੀ ਤੋਂ ਬਿਨਾਂ ਤਾਂ ਰਹਿਣਾ ਪੋਸੀਬਲ ਨਹੀਂ ਹੈਗਾ। ਤੇ ਜਿਹੜਾ ਪਾਣੀ ਹੈਗਾ, ਪਾਣੀ ਤੋਂ ਬਿਨਾਂ ਸੌਰੀ ਮੈਨੂੰ ਸਾਇੰਸ ਬਾਰੇ ਜ਼ਿਆਦਾ ਉਹ ਨਹੀਂ ਹੈ, ਕਿੰਨੇ % ਜਿਹੜਾ ਪਾਣੀ ਆ ਉਹ ਸਾਡੇ ਸਰੀਰ ਵਿੱਚ ਹੈਗਾ। ਤਾਂ ਜੇਕਰ ਅਸੀਂ ਇਹ ਪਾਣੀ, ਧਰਤੀ ਔਰ ਹਵਾ, ਇਹ ਤਿੰਨੇ ਚੀਜ਼ਾਂ ਨੂੰ ਮਨੁੱਖੀ ਸਰੀਰ ਤੋਂ ਪਰੇ ਕਰਤੀਏ ਤਾਂ ਮਨੁੱਖੀ ਸਰੀਰ ਹੈਗਾ ਜਿਹੜਾ ਉਹ ਡੈਡ ਹੈਗਾ। ਲੇਕਿਨ ਇਹਦੇ ਨਾਲ ਕੀ ਹੈਗਾ, ਜਿਹੜੀ ਸਾਇੰਸ ਹੈਗੀ, ਸਾਇੰਸ ਦੇ ਨਾਲ ਗੁਰਬਾਣੀ ਬਹੁਤ ਜ਼ਰੂਰੀ ਹੈਗੀ। ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਕਹਿੰਦੀ ਹੈ ਮਨ ਦੀ ਸਰਚ ਕਰਨੀ, ਆਪਣੇ ਅੰਦਰ ਦੀ ਸਰਚ ਕਰਨੀ। ਥੈਂਕ ਯੂ ਜੀ 70% ਦੱਸਣ ਲਈ। ਆਪਣੇ ਮਨ ਦੀ ਸਰਚ ਕਰਨੀ। ਮਨ ਕੀ ਹੈਗਾ? ਮਨ ਸਾਡਾ ਦਿਮਾਗ। ਦਿਮਾਗ ਸਾਡਾ ਕੀ ਆ? ਇੱਕ ਸੋਚਾਂ ਦਾ, ਇੱਕ ਨਾੜਾਂ ਦਾ ਗੁੱਛਾ ਚਾਹੀਦੀ ਹੈਗਾ ਹੀ ਆ, ਲੇਕਿਨ ਸੋਚਦਾ ਕੀ ਆ? ਦਿਮਾਗ ਹੈਗਾ। ਦਿਮਾਗ ਦਾ ਔਰ ਦਿਲ ਦਾ ਜਿਹੜਾ ਹੈਗਾ ਗਾ ਗਹਿਰਾ ਕਨੈਕਸ਼ਨ ਹੈਗਾ। ਸੋਚ ਦਾ ਦਿਮਾਗ ਹੈਗਾ, ਹਾਰਟ ਦਿਲ ਨੂੰ ਹੁੰਦਾ ਗਾ। ਜੇਕਰ ਇਸ ਤਰ੍ਹਾਂ ਨਾ ਹੋਵੇ, ਦੇਖਦੀਆਂ ਅੱਖਾਂ ਗੀਆਂ, ਸੋਚ ਦਾ ਦਿਮਾਗ ਹੈਗਾ, ਗੱਲ ਦਿਲ ਤੱਕ ਪਹੁੰਚਦੀ ਹੈਗੀ। ਲੇਕਿਨ ਜਦ ਇਹਨਾਂ ਤਿੰਨਾਂ ਚੀਜ਼ਾਂ ਦਾ, ਦੋਵਾਂ ਦਾ, ਦਿਮਾਗ ਦਾ ਔਰ ਦਿਲ ਦਾ ਅਸੀਂ ਸੁਮੇਲ ਕਰਦੇ ਆਂਗੇ ਤਾਂ ਸਾਨੂੰ ਪਤਾ ਲੱਗਦਾ ਹੈਗਾ ਕਿ ਅਸੀਂ ਕਿੱਥੇ ਜੇ ਖੜੇ ਹੋਏ ਹਾਂ। ਜਿਹੜਾ ਸਾਡਾ ਜੀਵਨ ਹੈਗਾ ਉਹ ਸਾਡਾ ਜੀਵਨ ਕਿੱਥੇ ਰੁਕਿਆ ਹੋਇਆ ਗਾ। ਜਿਹੜੇ ਕਰਮ ਹੈ ਬੰਦੇ ਦੇ ਡੇਲੀ, ਦਿਨ ਬ ਦਿਨ, ਜੇ ਅਸੀਂ ਸੋਚ ਵੀ ਲਿਆ, ਦਿਮਾਗ ਨਾਲ ਕੁਛ ਸੋਚ ਲਿਆ ਤਾਂ ਉਹਨੂੰ ਸਮਝ ਲਓ ਇੱਕ ਕਿਰਿਆ ਵਿੱਚ ਲਿਆਉਣਾ ਬਾਕੀ ਹੈਗਾ। ਸੋਚ ਲਿਆ, ਉਹ ਵੀ ਇੱਕ ਤੁਹਾਡਾ ਕਰਮ ਬਣ ਜਾਂਦਾ ਹੈਗਾ। ਜਦੋਂ ਮਨੁੱਖ ਦਾ ਕਰਮ ਬਣ ਗਿਆ ਤਾਂ ਉਹ ਫਿਰ ਕੀ ਕਰਦਾ ਹੈ? ਸਾਨੂੰ ਕਿਸੇ ਨਾ ਕਿਸੇ ਪਾਸੇ, ਜੇਕਰ ਸੁਕਰਮ, ਚੰਗਾ ਕਰਮ ਸੋਚਿਆਗਾ ਤਾਂ ਫਿਰ ਤਾਂ ਉਹ ਸਾਡਾ ਸ਼ੁਭ ਹੈ। ਜੇਕਰ ਅਸੀਂ ਕਿਸੇ ਪ੍ਰਤੀ ਮਾੜਾ ਸੋਚ ਲਿਆ ਤਾਂ ਉਹ ਪਾਪ ਬਣ ਜਾਂਦਾ ਹੈ। ਕਿਉਂਕਿ ਮਸਕੀਨ ਜੀ ਦੱਸਦੇ ਨੇ ਜਿਹੜਾ ਪਾਪ ਉਹ ਬਹੁਤ ਸੂਖਮ ਹੈ, ਸੂਖਮ ਰੂਪ ਹੈਗਾ। ਸੂਖਮ ਕਿਵੇਂ ਹੈਗਾ? ਜਦੋਂ ਅਸੀਂ ਸੋਚਦੇ ਹਾਂ ਤਾਂ ਉਹ ਵੀ ਇੱਕ ਪਾਪ ਹੈ। ਪਾਪ ਦਿਸਦਾ ਨਹੀਂ ਹੈਗਾ। ਪੁੰਨ ਅਸੀਂ ਪਾਪ, ਜੇ ਕਿਸੇ ਦਾ ਮਰਡਰ ਕਰਤਾ, ਮਰਡਰ ਕਰਨਾ ਇੱਕ ਪਾਪ ਨਹੀਂ, ਇੱਕ ਕ੍ਰਾਈਮ ਹੋ ਜਾਂਦਾ ਹੈ।
ਉਹ ਕ੍ਰਾਈਮ ਹੋ ਗਿਆ, ਉਹ ਸਾਹਮਣੇ ਤੋਂ ਅਸੀਂ ਉਹ ਕਰ ਦਿੱਤਾ, ਲੇਕਿਨ ਜਿਹੜੀ ਸੂਖਮਤਾ ਹੈਗੀ ਪਾਪ ਦੀ ਉਹ ਸਾਡੇ ਅੰਦਰ ਬਸ ਜਾਂਦੀ ਹੈਗੀ, ਸਾਡੇ ਮਨ ਤੇ ਭਾਰੂ ਹੋ ਜਾਂਦੀ ਹੈਗੀ। ਜਦੋਂ ਸਾਡੇ ਮਨ ਤੇ ਭਾਰੂ ਹੋ ਜਾਂਦੀ ਹੈਗੀ ਤਾਂ ਉਹ ਸਾਡਾ ਇੱਕ ਕਰਮ ਬਣ ਜਾਂਦਾ ਹੈਗਾ। ਕਰਮ ਬਣਨ ਦੇ ਕਾਰਨ ਕੀ ਹੋ ਜਾਂਦਾ ਹੈਗਾ, ਸਾਡਾ ਕਰਮ ਬਣਦੇ ਉਹ ਕਰਮਾਂ ਦਾ ਇੱਕ ਮਨੁੱਖ ਦਾ ਭਾਰੂ ਪੈ ਜਾਂਦੇ ਨੇਗੇ। ਮਨੁੱਖ ਤੇ ਤਾਂ ਐਂਡ ਤੇ ਕੀ ਹੁੰਦਾ, ਅਸੀਂ ਜੋ ਦੇਖਦੇ ਆਂਗੇ, ਜੋ ਸਾਡੇ ਨਾਲ ਹੁੰਦਾ ਹੈਗਾ, ਪਰਮਾਤਮਾ ਕੀ ਹੈਗਾ, ਸੌਰੀ ਪਲੀਜ਼, ਆਤਮਾ ਹੈਗੀ ਜਿਹੜੀ ਸਾਡੀ ਉਹ ਮੈਲ ਨਾਲ ਭਰ ਜਾਂਦੀ ਹੈ, ਤੇ ਜਿਵੇਂ ਅਸੀਂ ਆਏ ਹੁੰਨੇ ਹੈਗੇ ਉਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਲੈ ਕੇ ਚਲੇ ਜਾਂਦੇ ਹੈਗੇ। ਇਸ ਕਰਕੇ ਮਨ ਨੂੰ ਆਤਮਾ ਤੱਕ ਕਿਵੇਂ, ਗੁਰਬਾਣੀ ਦੇ ਰਾਹੀਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਜਿਹੜੇ ਕੀਤੇ ਹੋਏ ਕਰਮ ਨੇਗੇ, ਪਿਛਲੇ ਕਰਮ ਕੀਤੇ ਨੇਗੇ, ਉਹਨਾਂ ਨੂੰ ਸੁਕਰਮਾਂ ਵਿੱਚ ਕਿਵੇਂ ਲੈ ਕੇ ਆਉਣਾਗਾ, ਬਾਣੀ ਪੜ੍ਹ ਕੇ ਔਰ ਬਾਣੀ ਨੂੰ ਆਪਣਾ ਆਧਾਰ ਬਣਾ ਕੇ ਮਨ ਨੂੰ ਆਪਣੇ ਆਪ ਵਿੱਚ ਮਨ ਨੂੰ ਕੰਟਰੋਲ ਕਰਕੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਨੀ ਪੈਣੀ ਹੈਗੀ। ਅਰਦਾਸ ਕਰਕੇ ਕੀ ਅਰਦਾਸ ਕਰਨੀ ਹੈਗੀ, ਅਸੀਂ ਕਰ ਕਿਰਪਾ ਮੇਲੋ ਰਾਮ। ਜਿਹੜੀ ਗੁਰੂ ਨਾਨਕ ਜੀ ਦੀ ਬਾਣੀ ਹੈਗੀ ਉਹ ਕੁਦਰਤ ਦੇ ਸੰਕਲਪ ਤੋਂ ਇੱਕ ਕੀ ਹੈਗੀ, ਬਹੁਤ ਵਿਲੱਖਣਤਾ ਵਿੱਚ ਹੈਗੀ। ਪਹਿਲਾਂ ਅਸੀਂ ਗੱਲ ਕੀਤੀ ਸੀ ਨਾ ਵੀ ਸਾਇੰਸ ਤੋਂ ਬਹੁਤ ਗੁਰਬਾਣੀ ਉੱਚੀ ਹੈਗੀ, ਹਨਾ। ਤਾਂ ਅਸੀਂ ਕੀ ਕਰਦੇ ਹੈਗੇ, ਸਾਇੰਟਿਸਟ ਜਿਹੜੇ ਵਿਸ਼ਵ ਦੀ ਵਿਆਖਿਆ ਕਰ ਸਕਦੇ ਹੈਗੇ, ਲੇਕਿਨ ਉਹ ਦਰਵ ਪਦਾਰਥ ਦੀ ਉਹ ਕਰ ਸਕਦੇ ਨੇਗੇ। ਦਰਵ ਪਦਾਰਥ ਹੈਗਾ, ਮੈਟੀਰੀਅਲਿਜ਼ਮ ਨੂੰ ਰਿਸਰਚ ਕਰ ਸਕਦੇ ਨੇਗੇ, ਲੇਕਿਨ ਜਿਹੜੀ ਆਤਮਾ ਹੈਗੀ, ਆਤਮਾ ਦੀ ਸਰਚ ਹੈਗੀ ਜਿਹੜੀ, ਉਹ ਸਾਇੰਟਿਸਟ ਨਹੀਂ ਕਰ ਸਕਦੇਗੇ। ਇਸ ਕਰਕੇ ਕੀ ਹੈਗੀ, ਧਰਤੀ ਤੇ ਚੱਲਦੀ ਹੋਈ ਗਤੀ ਦੀ ਜਿਹੜੀ ਸਰਚ ਹੈਗੀ ਉਹ ਸਾਇੰਟਿਸਟ ਕਰ ਸਕਦੇ ਨੇਗੇ, ਲੇਕਿਨ ਉਹ ਪਰਮਾਤਮਾ ਦਾ ਕੀ ਹੈ, ਪਰਮਾਤਮਾ ਦਾ ਜਿਹੜਾ ਸਰੂਪ ਹੈਗਾ ਉਹਨੂੰ ਨਹੀਂ ਉਹ ਦੇਖ ਸਕਦੇ, ਕਿਉਂਕਿ ਜਿਹੜਾ ਉਹਦਾ ਸਰੂਪ ਹੈਗਾ ਉਹਦਾ ਕੋਈ ਸਰੂਪ ਹੀ ਨਹੀਂ ਹੈਗਾ ਪਰਮਾਤਮਾ ਦਾ। ਉਹ ਤਾਂ ਇੱਕ ਪ੍ਰਕਾਸ਼ ਹੀ ਪ੍ਰਕਾਸ਼ ਹੈ, ਪਵਨ ਹੈ, ਪ੍ਰਕਾਸ਼ ਹੈ। ਕੀ ਹੈ, ਇਹ ਸਾਰੇ ਗੁਣ ਕੀ ਹੈਗੇ, ਇਹ ਪਰਮਾਤਮਾ ਦੇ ਵਿੱਚ ਮੌਜੂਦ ਨੇਗੇ, ਲੇਕਿਨ ਸਾਇੰਸ ਵਿੱਚ ਨਹੀਂ ਹੈਗੇ। ਜੇਕਰ ਅਸੀਂ ਸਾਇੰਸ ਨੂੰ ਇੱਕ ਪਾਸੇ ਰੱਖ ਲੈਂਦੇ ਆਂਗੇ, ਸਾਇੰਸ ਨੂੰ ਇੱਕ ਪਾਸੇ ਸਾਇੰਸ ਨੂੰ ਰੱਖ ਲੈਂਦੇ ਆ, ਇੱਕ ਪਾਸੇ ਅਸੀਂ ਬਾਣੀ ਨੂੰ ਰੱਖ ਲੈਂਦੇ ਆਂਗੇ, ਲੇਕਿਨ ਜਿਹੜੀ ਬਾਣੀ ਹੈਗੀ, ਬਾਣੀ ਬਹੁਤ ਉੱਚੀ ਹੈਗੀ, ਉੱਚੀ ਸੁੱਚੀ ਹੈਗੀ। ਸਾਇੰਸ ਬਹੁਤ ਥੱਲੇ, ਜਿੱਥੇ ਸਾਇੰਸ ਦੀ ਹੋਂਦ ਖਤਮ ਹੁੰਦੀ ਹੈਗੀ ਉੱਥੇ ਕੀ ਹੈਗਾ, ਗੁਰਬਾਣੀ ਦੀ ਰਿਸਰਚ ਸਟਾਰਟ ਹੁੰਦੀ ਹੈ। ਜਿਵੇਂ ਮਹਾਰਾਜ ਨੇ ਕਿਹਾ ਹੈਗਾ, ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮਹਿ ਚਾਨਣ ਹੋਏ। ਜਿਹੜੀ ਜੋਤ ਹੈਗੀ, ਜੋਤ ਤਾਂ ਫਿਰ ਸਾਰਿਆਂ ਵਿੱਚ ਹੀ ਹੈਗੀ, ਇਸ ਦੇ ਕਰਕੇ ਕੀ ਹੈ, ਤਿਸ ਤੇ ਚਾਨਣ ਸਭ ਮਹਿ ਚਾਨਣ ਹੋਏ, ਉਹਦੇ ਕਰਕੇ ਚਾਨਣ ਹੁੰਦਾ ਹੈਗਾ। ਔਰ ਉਹਦੇ ਵਿੱਚ ਕੀ ਹੈਗਾ, ਗੁਰੂ ਮਹਾਰਾਜ ਨੇ ਕੀ ਕੀਤਾ ਹੋਇਆਗਾ, ਕੁਦਰਤ ਪੈਦਾ ਕੀਤੀ ਹੈ। ਪਹਿਲਾਂ ਜਿਹੜੀ ਧਰਤੀ ਸੀ, ਧਰਤੀ ਵਿੱਚ ਕੁਛ ਵੀ ਨਹੀਂ ਸੀਗਾ। ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚ, ਅਰਵਦ ਨਰਵਦ ਧੰਦੂਕਾਰਾ, ਕੁਛ ਨਹੀਂ ਸੀਗਾ ਇੱਥੇ, ਧੰਦੂਕਾਰਾ ਸੀਗਾ। ਗੁਰੂ ਮਹਾਰਾਜ ਨੇ ਫਿਰ ਆਸਾ ਦੀ ਵਾਰ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ। ਤਾਂ ਉਹ ਗੁਰੂ ਪਾਤਸ਼ਾਹ ਜੀ ਨੇ ਆਪਣਾ ਆਪ ਸਾਜਿਆ ਔਰ ਆਪ ਹੀ ਰਚ ਕੇ ਆਪ ਹੀ ਦੇਖ ਰਿਹਾ ਉਹ ਮਨੁੱਖ ਨੂੰ। ਅਸੀਂ ਬਾਹਰੀ ਸਰਚਾਂ ਕਰ ਲਾਂਗੇ, ਰਿਸਰਚ ਕਰ ਲਵਾਂਗੇ, ਲੇਕਿਨ ਅਸੀਂ ਆਪਣੇ ਅੰਦਰ ਕਦੇ ਝਾਤੀ ਨਹੀਂ ਮਾਰਦੇ ਹੈਗੇ, ਕਿ ਕਦੇ ਵੀ ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰੀ, ਕਦੇ ਅਸੀਂ ਆਪਣੇ ਅੰਦਰ ਨੂੰ ਨਹੀਂ ਟੋਲਿਆ। ਹੁਣ ਆਪ ਜੀ ਨਾਲ ਵਾਰਤਾਲਾਪ ਹੋ ਰਹੀ ਹੈ, ਗੱਲ ਹੋ ਰਹੀ ਹੈਗੀ, ਤਾਂ ਮੈਂ ਮਤਲਬ ਆਪਣੇ ਅੰਦਰ ਨਹੀਂ, ਬਾਅਦ ਵਿੱਚ ਆਫਟਰ ਦੈਟ ਮੈਂ ਨਹੀਂ ਦੇਖਾਂਗੀ ਕਿ ਮੈਂ ਕੀ ਬੋਲਿਆ ਜਾਂ ਕੀ ਨਹੀਂ ਬੋਲਿਆ, ਲੇਕਿਨ ਜਿੰਨਾ ਤੱਕ ਅਸੀਂ ਆਪਣੇ ਆਪ ਨਾਲ ਗੱਲਾਂ ਨਹੀਂ ਕਰਦੇਗੇ ਉਹਨਾਂ ਤੱਕ ਅਸੀਂ ਪਰਮਾਤਮਾ ਤੱਕ ਪਹੁੰਚ ਨਹੀਂ ਸਕਦੇ। ਉਹਨਾਂ ਤੱਕ ਅਸੀਂ ਬਾਹਰੀ ਰਿਸਰਚ ਕਿੰਨੀ ਮਰਜ਼ੀ ਕਰੀ ਜਾਈਏ, ਸਾਇੰਸ ਦੀ ਕਿੰਨੀ ਮਰਜ਼ੀ ਰਿਸਰਚ ਕਰ ਲਈਏ, ਕੁਛ ਵੀ ਸਾਇੰਸ ਕਿਤੇ ਤੱਕ ਵੀ ਪਹੁੰਚ ਜਾਵੇ, ਲੇਕਿਨ ਸਾਇੰਟਿਸਟਾਂ ਨੇ ਪਿਛਲੇ ਦਿਨੀ ਹੈਲੋ, ਹਾਂਜੀ ਆਵਾਜ਼ ਆ ਰਹੀ ਹੈ? ਵਾਹਿਗੁਰੂ ਜੀ। ਵਾਹਿਗੁਰੂ ਜੀ, ਥੋੜਾ ਰੁਕ ਹਾਂਜੀ ਗਈ ਸੀ ਜੀ। ਹਾਂ ਹੁਣ ਆ ਰਹੀ ਹੈ ਜੀ। ਹਾਂਜੀ ਓਕੇ ਮੈਮ, ਓਕੇ ਮੈਮ, ਓਕੇ ਮੈਮ, ਓਕੇ ਓਕੇ। ਹਾਂਜੀ,
हाँ जी, ਅਸੀਂ ਗੱਲ ਕਰ ਰਹੇ ਸੀ ਪਿਛਲੇ ਦਿਨੀ ਜਿਵੇਂ ਲੈਬਨਾਨ ਚ ਹੋਇਆ, ਦੇਖੋ ਉਹ ਸਾਇੰਸ ਦਾ ਇੱਕ ਉਹ ਕਰ ਰਹੇ ਸੀਗੇ, ਐਕਸਪੈਰੀਮੈਂਟ ਕਰ ਰਹੇ ਸੀਗੇ। ਐਕਸਪੈਰੀਮੈਂਟ ਕਰਦੇ ਕਰਦੇ ਉਹਨਾਂ ਤੋਂ ਦੇਖੋ ਕਿੰਨਾ ਵੱਡਾ ਧਮਾਕਾ ਹੋ ਗਿਆ। ਧਮਾਕਾ ਹੋਣ ਤੋਂ ਬਾਅਦ ਤਾਂ ਕਿੰਨੇ ਲੋਕਾਂ ਦੀ ਜਾਨ ਚਲੀ ਗਈ। ਲੇਕਿਨ ਜੇਕਰ ਉਹੀ ਐਕਸਪੈਰੀਮੈਂਟ ਨੂੰ ਅਸੀਂ ਦੇਖਦੇ ਆਂਗੇ, ਇਹੀ ਐਕਸਪੈਰੀਮੈਂਟ ਅਸੀਂ ਆਪਣੇ ਤੇ ਕਰੀਏ, ਆਪਣੇ ਅੰਦਰ ਝਾਤੀ ਮਾਰ ਕੇ ਕਰੀਏ, ਆਪਣੇ ਆਪ ਤੇ। ਸਾਇੰਸ ਨੇ ਪਰਮਾਣੂ ਬੰਬ ਬਣਾ ਲਏ ਨੇਗੇ, ਘਾਤਕ ਚੀਜ਼ਾਂ ਬਣਾ ਲਈਆਂ ਨੇਗੀਆਂ। ਇੱਕ ਦੇਖੋ ਮਤਲਬ ਜਹਾਜ਼ ਉੜਦਾ ਗਾ ਹਨਾ, ਐਰੋਪਲੇਨ ਹਵਾ ਚ ਉੱਡ ਜਾਂਦਾ ਹੈਗਾ ਗਾ, ਕਿਸ ਤਰ੍ਹਾਂ ਉਹ ਉਡਾਨਾਂ ਭਰਦਾ ਗਾ, ਕਿਵੇਂ ਉਹ ਕ੍ਰੈਸ਼ ਹੋ ਜਾਂਦੇ ਨੇਗੇ, ਠੀਕ ਹੈ। ਉਹ ਇੱਕ ਕੁਦਰਤੀ ਗੱਲ ਅਸੀਂ ਸਮਝ ਲੈਂਦੇ ਆਂਗੇ, ਲੇਕਿਨ ਕਿਤੇ ਨਾ ਕਿਤੇ ਉਹ ਕੁਦਰਤ ਨਾਲ ਬਹੁਤ ਵੱਡਾ ਖਿਲਵਾੜ ਵੀ ਕੀਤਾ ਹੋਇਆਗਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੀਗੇ, ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਵੀ ਕੀ ਉਸ ਟਾਈਮ ਤੇ ਵੀ ਇਹ ਰਿਸਰਚਾਂ ਹੋ ਨਹੀਂ ਸੀ ਸਕਦੀਆਂ? ਉਸ ਟਾਈਮ ਤੇ ਵੀ ਕੀ ਰਿਸਰਚਾਂ ਹੋਈਆਂ ਹੋਣਗੀਆਂ? ਜੇਕਰ ਅਸੀਂ ਸਰਚ ਕਰੀਏ, ਸਾਡੀ ਇਹ ਅੱਜ ਬਹੁਤ ਵੱਡੀ ਤਰਾਸ਼ਦੀ ਵੀ ਹੈ ਕਿ ਅਸੀਂ ਆਪਣਾ ਸਿੱਖ ਇਤਿਹਾਸ ਨਹੀਂ ਫਰੋਲ ਰਹੇਗੇ। ਸਾਨੂੰ ਆਪਣਾ ਸਿੱਖ ਇਤਿਹਾਸ ਫਰੋਲਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਵੇਲੇ ਕੀ ਇਹ ਰਿਸਰਚਾਂ ਹੋਈਆਂ ਸੀਗੀਆਂ ਜਾਂ ਅੱਜ ਹੀ ਹੋ ਰਹੀਆਂ ਨੇਗੀਆਂ, ਕਿ ਅੱਜ 20ਵੀਂ ਸਦੀ ਮਤਲਬ ਇੰਨੀ ਐਡਵਾਂਸ ਹੋ ਗਈ ਹੈ, ਜਾਂ ਉਸ ਟਾਈਮ ਵੀ ਇਹ ਸਾਰਾ ਕੁਝ ਹੋ ਰਿਹਾ ਸੀਗਾ। ਇੱਕ ਪਾਸੇ ਗੁਰੂ ਪਾਤਸ਼ਾਹ ਜੀ ਪੰਜੇ ਨਾਲ ਪਹਾੜ ਰੋਕ ਰਹੇ ਨੇਗੇ, ਤਾਂ ਗੋਡਾ ਮਾਰ ਕੇ ਪਾਣੀ ਮਤਲਬ ਕੱਢ ਰਹੇ ਨੇ ਇੱਕ ਜਗ੍ਹਾ ਤੋਂ, ਕਿ ਉਸ ਟਾਈਮ ਤੇ ਵੀ ਐਰੋਪਲੇਨ ਚੱਲਦੇ ਸੀਗੇ? ਉਸ ਟਾਈਮ ਤੇ ਮਤਲਬ ਜਿਹੜੇ ਅੱਜ ਸ਼ਿਪ ਚੱਲ ਰਹੇ ਨੇ, ਉਸ ਟਾਈਮ ਤੇ ਕੀ ਸ਼ਿਪ ਚੱਲਦੇ ਸੀਗੇ? ਇੱਕ ਜਸਟ ਕਿਸ਼ਤੀਆਂ ਦੇ ਰੂਪ ਵਿੱਚ ਉਹ ਹੁੰਦੀਆਂ ਸੀਗੀਆਂ, ਜਿਹਨੂੰ ਨਾਭ ਕਹਿ ਦਿੰਦੇ ਨੇਗੇ। ਲੇਕਿਨ ਸਾਨੂੰ ਇਹ ਵੀ ਰਿਸਰਚ ਕਰਨੀ ਬਹੁਤ ਜ਼ਰੂਰੀ ਹੈਗੀ ਵੀ ਸਾਡੇ ਪਾਤਸ਼ਾਹ ਜੀ ਵੇਲੇ ਵੀ ਇਹ ਚੀਜ਼ਾਂ ਸੀਗੀਆਂ, ਜਾਂ ਅੱਜ ਅਸੀਂ ਹੀ ਇੰਨੇ ਐਡਵਾਂਸ ਹੋ ਗਏ। ਅੱਜ ਇੱਕ ਮਨੁੱਖ ਦਾ ਜਿਹੜਾ ਦਿਮਾਗ ਹੈਗਾ ਉਹ ਬਹੁਤ ਸ਼ਾਤਰ ਹੋ ਗਿਆ। ਉਹ ਸ਼ਾਤਰ ਕਿਉਂ ਹੋ ਗਿਆ? ਕਿਉਂਕਿ ਉਹ ਗੁਰਬਾਣੀ ਤੋਂ ਦੂਰ ਹੋਇਆ, ਉਹ ਗੁਰੂ ਤੋਂ ਦੂਰ ਹੋਇਆਗਾ। ਗੁਰੂ ਤੋਂ ਦੂਰ ਹੋਣੇ ਕਰਕੇ ਸ਼ਾਤਰ ਹੋਇਆਗਾ। ਅਸੀਂ ਅੱਜ ਜੇਕਰ ਰੁੱਖ ਵੱਢ ਰਹੇ ਆਂਗੇ, ਰੁੱਖਾਂ ਨੂੰ ਵੱਢਣ ਨਾਲ ਸਾਨੂੰ ਕਿੰਨੀਆਂ ਦਿੱਕਤਾਂ ਆ ਰਹੀਆਂ, ਕਿੰਨੀਆਂ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇਗੀਆਂ। ਜੇਕਰ ਅਸੀਂ ਇੱਕ ਰੁੱਖ ਵੱਢਦਾ ਤਾਂ ਮਤਲਬ ਕਿੰਨੇ ਆਕਸੀਜਨ, ਜੋ ਸਾਇੰਸ ਪੜ੍ਹਨ ਵਾਲੇ ਬੱਚੇ ਨੇ, ਬੱਚੇ ਤੁਹਾਨੂੰ ਪਤਾ ਹੋਏਗਾ ਵੀ ਕਿੰਨੀ ਆਕਸੀਜਨ ਦੀ ਲੋੜ ਹੈਗੀ, ਕਿੰਨੀ ਕਾਰਬਨ ਡਾਈਆਕਸਾਈਡ ਰੁੱਖ ਆਪਣੇ ਵਿੱਚ ਸਮਾ ਲੈਂਦੇ ਨੇਗੇ। ਤਾਂ ਕਿੰਨਾ ਅੱਜ ਸਾਨੂੰ ਕਿੰਨੀਆਂ ਪ੍ਰੋਬਲਮਸ ਦਾ ਮਤਲਬ ਫੇਸ ਕਰਨੀਆਂ ਪੈ ਰਹੀਆਂ। ਜਿਹੜਾ ਪੋਲਿਊਸ਼ਨ ਹੈਗਾ, ਕਿੰਨੀਆਂ ਬਿਮਾਰੀਆਂ, ਇਹ ਸਾਇੰਸ ਦੇ ਦਿੱਤੇ, ਇਹ ਸਾਇੰਸ ਦੀ ਦੇਣ ਹੈਗੀ। ਸਾਡੇ ਲਵੇ ਇੱਕ ਰਿਫਾਈਨਰੀ ਹੈ, GGS ਰਿਫਾਈਨਰੀ। GGS ਉਹਦੇ ਵਿੱਚੋਂ ਅਜਿਹੀ ਗੈਸ ਜਦੋਂ ਨਿਕਲਦੀ ਹੈ ਨਾ, ਜਿਵੇਂ ਗੈਸ ਦੀ ਸਮੈਲ ਹੁੰਦੀ ਹੈ, ਇਸ ਤਰ੍ਹਾਂ ਦਾ ਉਹ ਸਾਹ ਬੰਦ ਹੁੰਦਾ ਹੈਗਾ। ਤਾਂ ਉਹ ਕਾਹਦੀ ਦੇਣ ਹੈ? ਉਹ ਸਾਇੰਸ ਦੀ ਦੇਣ ਹੈਗੀ। ਕਿ ਅਸੀਂ ਉਸ ਟਾਈਮ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੂਰੀ ਦੁਨੀਆ ਘੁੰਮ ਦਿੱਤੀ ਸੀਗੀ, ਪੂਰੀ ਦੁਨੀਆ ਦਾ ਦੌਰਾ ਕੀਤਾ ਗੁਰੂ ਪਾਤਸ਼ਾਹ ਜੀ ਨੇ। ਗੁਰੂ ਗੋਬਿੰਦ ਸਿੰਘ ਜੀ ਦੇਖੋ ਅਨੰਦਪੁਰ ਸਾਹਿਬ ਤੋਂ ਹਜੂਰ ਸਾਹਿਬ ਜਾਂਦੇ ਨੇਗੇ, ਤਾਂ ਉਦੋਂ ਕਿਵੇਂ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਜਾਂਦੇ ਨੇਗੇ ਸ਼ਹਾਦਤ ਵੇਲੇ, ਤਾਂ ਉਦੋਂ ਕਾਸ ਤੇ ਜਾਂਦੇ ਸੀਗੇ। ਤਾਂ ਅੱਜ ਅਸੀਂ ਕੀ, ਅੱਜ ਨਹੀਂ ਅਸੀਂ ਆਪਣੇ ਗੁਰੂਆਂ ਦੀ ਦੇਣ ਨੂੰ ਅਪਣਾ ਸਕਦੇਗੇ? ਅਸੀਂ ਗੁਰੂਆਂ ਤੋਂ ਦੂਰ ਹੋਏ ਆ, ਇਸ ਕਰਕੇ ਅਸੀਂ ਸਾਇੰਸ ਨੂੰ ਪ੍ਰੈਫਰ ਕਰ ਰਹੇ ਹਾਂ। ਹਰ ਇੱਕ ਚੀਜ਼ ਤੇ ਅਸੀਂ ਤਰਕ ਕਰਦੇ ਆਂਗੇ। ਜੇਕਰ ਸਰੋਵਰ ਹੈ, ਅਸੀਂ ਸਰੋਵਰਾਂ ਤੇ ਤਰਕ ਕਰਦੇ ਹਾਂ। ਜੇਕਰ ਨਿਤਨੇਮ, ਅਸੀਂ ਨਿਤਨੇਮ ਤੇ ਤਰਕ ਕਰਦੇ ਹਾਂ। ਜੇਕਰ ਸਿਮਰਨ ਕਰਨਾ ਤਾਂ ਸਿਮਰਨ ਕਰਨ ਤੇ ਤਰਕ ਕਰਦੇ ਆਂਗੇ। ਜੇਕਰ ਸਿਮਰਨ ਨਹੀਂ ਕਰਦੇਗੇ ਅਸੀਂ, ਤਾਂ ਸਾਡੇ ਦਿਮਾਗ ਵਿੱਚ ਅਨੇਕਾਂ ਤਰ੍ਹਾਂ ਦੇ ਵਿਚਾਰ, 1 ਮਿੰਟ ਵਿੱਚ 1000 ਥਾਟ ਤੁਹਾਡੇ ਦਿਮਾਗ ਵਿੱਚ ਚੱਲੇਗਾ। 1 ਮਿੰਟ ਵਿੱਚ 1000 ਥਾਟ। ਤਾਂ ਤੁਸੀਂ ਦੇਖੋ ਵੀ ਜੇਕਰ 1000 ਥਾਟ 1 ਮਿੰਟ ਵਿੱਚ ਆ ਗਿਆ, ਅਮਰੀਕਾ ਬਾਰੇ ਸੋਚ ਰਹੀ ਹਾਂ ਬੈਠੀ, ਕੈਨੇਡਾ ਬਾਰੇ ਸੋਚ ਰਹੀ ਹੈਗੀ, ਦਿੱਲੀ ਬਾਰੇ ਸੋਚ ਰਹੀ ਹੈਗੀ। ਜੇਕਰ ਮੇਰਾ ਉਹੀ ਦਿਮਾਗ ਮੈਂ ਸਿਮਰਨ ਵਿੱਚ ਲਾਇਆ ਹੋਵੇ, ਤਾਂ ਜਿਹੜਾ ਮੇਰਾ ਦਿਮਾਗ ਹੈ, ਕਿਉਂਕਿ ਜਿਹੜਾ ਮਨੁੱਖੀ ਦਿਮਾਗ ਹੈ, ਸਾਈਕੋਲੋਜੀ ਕਹਿੰਦੀ ਹੈਗੀ, ਜਦੋਂ ਅਸੀਂ 24 ਘੰਟੇ ਇੱਕ ਚੀਜ਼, 24 ਘੰਟਿਆਂ ਨੂੰ ਇੱਕ ਚੀਜ਼ ਵਿੱਚ ਰਟੀ ਜਾਈਏ, ਤਾਂ ਉਹ ਦਿਮਾਗ ਤੇ ਸਾਡੇ ਤੇ ਅਸਰ ਕਰਨਾ ਸਟਾਰਟ ਕਰ ਦਿੰਦੀ ਹੈਗੀ। ਲੇਕਿਨ ਜੇਕਰ ਅਸੀਂ ਡੇਲੀ 1 ਘੰਟਾ ਸਿਮਰਨ ਕਰਦੇ ਹਾਂ, 1 ਘੰਟਾ ਲਗਾਤਾਰ ਸਿਮਰਨ ਕਰਦੇ ਆਂਗੇ, ਤਾਂ ਮਤਲਬ ਜਿਹੜਾ ਸਾਡਾ ਦਿਮਾਗ ਹੈ, ਕਿਤੇ ਨਾ ਕਿਤੇ ਸਿਮਰਨ ਹੈਗਾ, ਜਿਹੜਾ ਅਨਕੌਂਸ਼ੀਅਸ ਮਾਈਂਡ ਹੈਗਾ, ਅਨਕੌਂਸ਼ੀਅਸ ਮਾਈਂਡ ਵਿੱਚ ਬੈਠ ਜਾਣਾਗਾ। ਜਿਹੜੀ ਚੀਜ਼ ਅਨਕੌਂਸ਼ੀਅਸ ਮਾਈਂਡ ਵਿੱਚ ਚਲੀ ਗਈ ਇੱਕ ਵਾਰੀ, ਉਹ ਕਦੇ ਵੀ ਮਤਲਬ ਦੁਨੀਆ ਦਾ ਕੋਈ ਵੀ ਡਾਕਟਰ ਉਸਨੂੰ ਕੱਢ ਨਹੀਂ ਸਕਦਾ। ਕਈ ਵਾਰੀ ਦੇਖੋ ਤੁਹਾਡੇ ਨਾਲ ਵੀ ਹੁੰਦਾ ਹੋਏਗਾ, ਅਕਸਰ ਹੀ ਜਿਹੜੇ ਸਿਮਰਨ ਕਰਨ ਵਾਲੇ ਅਭਿਆਸੀ
ਮਹਾਂਪੁਰਖ ਨੇਗੇ ਉਹਨਾਂ ਨਾਲ ਹੁੰਦਾਗਾ। ਜਾਂ ਜਦੋਂ ਅਸੀਂ ਦੇਖਦੇ ਹਾਂ ਕਈ ਵਾਰੀ ਸਾਡੇ ਸੁਪਨੇ ਵਿੱਚ ਅਜਿਹੇ ਲੋਕ ਆਉਂਦੇ ਆ ਜਾਂ ਅਸੀਂ ਅਜਿਹੀਆਂ ਥਾਵਾਂ ਤੇ ਚਲੇ ਜਾਂਦੇ ਆ ਜਿੱਥੇ ਕਦੇ ਮਤਲਬ ਅਸੀਂ ਅੱਜ ਤੱਕ ਗਏ ਨਹੀਂ ਹੁੰਦੇ, ਇਸ ਜਨਮ ਵਿੱਚ ਗਏ ਨਹੀਂ ਹੁੰਦੇ, ਜਾਂ ਅਸੀਂ ਕਿਸੇ ਨੂੰ ਉਸ ਬੰਦੇ ਨੂੰ ਅਸੀਂ ਮਿਲੇ ਨਹੀਂ ਹੁੰਦੇਗੇ, ਤਾਂ ਮਤਲਬ ਉੱਥੇ ਅਸੀਂ ਕਿਵੇਂ ਚਲੇ ਜਾਂਦੇ ਆ, ਉਹਦਾ ਰੀਜ਼ਨ ਕੀ ਹੁੰਦਾਗਾ? ਕਿਉਂਕਿ ਉਹ ਸਾਡੇ ਕਿਤੇ ਨਾ ਕਿਤੇ ਪਿਛਲੇ ਜਨਮ ਨਾਲ ਕਨੈਕਟ ਕਰ ਰਹੀ ਹੁੰਦੀ ਹੈ ਚੀਜ਼। ਜੇਕਰ ਅਸੀਂ ਅੱਜ ਬਾਣੀ ਪੜ੍ਹੀਏ ਉਸੇ ਤਰ੍ਹਾਂ ਜਿਵੇਂ ਗੁਰਬਾਣੀ ਸਾਨੂੰ ਕਹਿੰਦੀ ਹੈ ਇੱਕ ਓੰਕਾਰ, ਜੇਕਰ ਅਸੀਂ ਇੱਕੋ ਤੇ ਰਿਸਰਚ ਕਰਨ ਲੱਗ ਜਾਈਏ ਤਾਂ ਸਾਡਾ ਇਹ ਜਿਹੜਾ ਪੂਰਾ ਜੀਵਨ ਹੈਗਾ, ਜੇ ਅਸੀਂ ਆਪਣੀ ਜ਼ਿੰਦਗੀ ਦੇ 70 ਸਾਲ ਲਾਉਣੇ ਹੈਗੇ ਜਾਂ 60 ਜਾਂ 65 ਜਾਂ 80 ਸਾਲ ਦੀ ਵੀ ਉਮਰ ਮੰਨ ਕੇ ਚੱਲਦੇ ਹੈਗੇ, ਤਾਂ ਉਹ ਕੀ ਹੈ? ਉਹਦੇ ਲਈ ਸਾਨੂੰ ਮਤਲਬ ਇੱਕ ਓੰਕਾਰ ਦੀ ਜਿਹੜੀ ਪੂਰੀ ਰਿਸਰਚ ਹੈ ਉਸ ਤੇ ਲੱਗ ਸਕਦੀ ਹੈਗੀ। ਤਾਂ ਸਾਨੂੰ ਸਾਇੰਸ ਦੇ ਨਾਲ ਸਾਇੰਸ ਦੀ ਰਿਸਰਚ ਕਰਨ ਦੇ ਨਾਲ ਸਾਨੂੰ ਗੁਰਬਾਣੀ ਜ਼ਰੂਰੀ ਹੈਗੀ, ਨਿਤਨੇਮ ਕਰਨਾ ਜ਼ਰੂਰੀ ਹੈ। ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਕਿਵੇਂ ਚੱਲਣ ਲਈ ਕਹਿੰਦੀ ਹੈਗੀ, ਕਿਵੇਂ ਰਿਸਰਚ ਕਰਨ ਲਈ ਕਹਿੰਦੀ ਹੈਗੀ ਗੁਰਬਾਣੀ ਸਾਨੂੰ? ਗੁਰਬਾਣੀ ਦੇ ਅਨੁਸਾਰ ਅਸੀਂ ਸਾਇੰਸ ਦੀ ਰਿਸਰਚ ਕਰਾਂਗੇ ਤਾਂ ਸ਼ਾਇਦ ਅਸੀਂ ਦੁਨੀਆ ਦੇ ਕਿਤੇ ਅੱਜ ਅਮਰੀਕਾ, ਜਿਵੇਂ ਚੀਨ ਨੂੰ ਸਭ ਤੋਂ ਅੱਗੇ ਚਾਈਨਾ ਨੂੰ ਮੰਨਿਆ ਜਾਂਦਾ ਉਹਨਾਂ ਦੇ ਦਿਮਾਗੀ ਪੱਖੋਂ, ਜਾਂ ਫਿਰ ਰਸ਼ੀਆ, ਜੋ ਵੀ ਕੰਟਰੀ ਹੈਗੇ ਵਾਟਐਵਰ, ਉਹਨਾਂ ਨੂੰ ਜੇਕਰ ਮੰਨਿਆ ਜਾਂਦਾ ਹੈਗਾ ਤਾਂ ਉਹਨਾਂ ਨਾਲੋਂ ਅਸੀਂ ਕਿਤੇ ਅੱਗੇ ਜਾ ਸਕਦੇ ਹਾਂ। ਕਿਉਂਕਿ ਜਿਹੜੀ ਗੁਰਬਾਣੀ ਹੈਗੀ ਨਾ, ਗੁਰਬਾਣੀ ਇੱਕ ਅਜਿਹੀ ਸੁਪਰੀਮ ਪਾਵਰ ਸਾਡੇ ਦਿਮਾਗ ਨੂੰ ਦਿੰਦੀ ਹੈ ਜੋ ਅਸੀਂ ਕਦੇ ਵੀ ਸੋਚ ਨਹੀਂ ਸਕਦੇ ਕਿ ਜਿਵੇਂ ਕਿ ਡਾਕਟਰ ਸਾਨੂੰ ਦਵਾਈ ਦੇ ਦਿੰਦਾ ਹੈਗਾ, ਦਵਾਈ ਦਾ ਸਾਨੂੰ ਸਾਲਟ ਨਹੀਂ ਪਤਾ, ਦਵਾਈ ਲੈਣ ਤੋਂ ਬਾਅਦ ਸਾਡੇ ਵਿੱਚ ਕੀ ਹੈਗਾ, ਅਸੀਂ ਦਵਾਈ ਲੈ ਲੈਂਦੇ ਹਾਂ, ਦਵਾਈ ਲੈਣ ਤੋਂ ਬਾਅਦ ਸਾਡਾ ਆਪਣਾ ਆਪ ਬਿਮਾਰੀ ਠੀਕ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਹੈਗੀ, ਪਤਾ ਨਹੀਂ ਸਾਡੇ ਕਿੰਨੇ ਕੁ ਜਨਮ ਜਨਮਾਂਤਰਾਂ ਦੇ ਪਾਪ ਕੱਟਦੀ ਹੈਗੀ, ਔਰ ਸਾਨੂੰ ਕਿੰਨੀ ਸੁਪਰੀਮ ਪਾਵਰ ਹੈਗੀ ਜਿਹੜੀ ਉਹ ਗੁਰਬਾਣੀ ਨੇ ਦੇਣੀ ਹੈ। ਲੇਕਿਨ ਮੇਰੀ ਤਾਂ ਪਲੀਜ਼ 10 ਮਿੰਟ ਬਾਕੀ ਨੇ। ਵੀਰ ਜੀ ਮੈਨੂੰ ਇਹ ਦੱਸੋ ਵੀ ਇਹ 10 ਮਿੰਟ ਸਵਾਲ ਜਵਾਬ ਲਈ ਨੇ ਜਾਂ ਮੈਂ ਅੱਗੇ ਕੰਟੀਨਿਊ ਰੱਖ ਸਕਦੀ ਹੈਗੀ? ਹਾਂਜੀ ਵਾਹਿਗੁਰੂ ਜੀ, ਸਵਾਲ ਜਵਾਬ ਵੀ ਬੱਚਿਆਂ ਦੇ ਜੇ ਸਵਾਲ ਨੇ ਤੇ ਆਪਾਂ ਉਹਨਾਂ ਦੇ ਸਵਾਲ ਵੀ ਲੈ ਸਕਦੇ ਹਾਂ ਜੀ। ਓਕੇ ਪਲੀਜ਼, ਹਾਂਜੀ ਹਾਂਜੀ, ਪੁੱਛੋ। ਤੇ ਕੋਈ ਗੱਲ ਨਹੀਂ, ਤੁਸੀਂ ਆਪਣਾ ਕੰਪਲੀਟ ਵੀ ਕਰ ਲਵੋ, ਕੋਈ ਗੱਲ ਨਹੀਂ, ਤੇ ਫਿਰ ਬਾਅਦ ਵਿੱਚ ਆਪਾਂ ਬੱਚਿਆਂ ਦੇ ਸਵਾਲ। ਹਾਂਜੀ ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਜੀ। ਹਾਂਜੀ, ਤੇ ਗੁਰਬਾਣੀ ਦੇ ਅਨੁਸਾਰ ਰਿਸਰਚ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਕੁਦਰਤ ਕਵਨ ਕਹਾ ਵਿਚਾਰ, ਬਾਰਿਆ ਨਾ ਜਾਵਾ ਏਕ ਬਾਰ, ਕੀ ਕੁਦਰਤ ਹੈਗੀ ਜਿਹੜੀ ਅਸੀਂ ਕੁਦਰਤ ਨੂੰ ਦੇਖਦੇ ਹੈਗੇ, ਜਦੋਂ ਕੁਦਰਤ ਨੂੰ ਦੇਖ ਰਹੇ ਹਾਂਗੇ ਅਸੀਂ, ਸਾਡੇ ਇੱਕ ਵਿੱਚ ਇੱਕ ਵਿਲੱਖਣਤਾ ਜਾਂ ਅਚੰਭਾ ਪੈਦਾ ਹੋ ਜਾਂਦਾ ਹੈਗਾ ਜਦੋਂ ਅਸੀਂ ਕਿਸੇ ਵੀ ਹਿੱਲ ਸਟੇਸ਼ਨ ਤੇ ਜਾਂਦੇ ਹੈਗੇ। ਹਿੱਲ ਸਟੇਸ਼ਨ ਤੇ ਜਦੋਂ ਅਸੀਂ ਜਾ ਰਹੇ ਹਾਂਗੇ ਤਾਂ ਮਤਲਬ ਸਾਡੇ ਅੰਦਰ ਇੱਕ ਜਿਹੜੇ ਤੇ ਇੱਕ ਵੱਖਰਾ ਜਿਹਾ ਅਚੰਭਾ ਜਦੋਂ ਸਾਡੇ ਅੰਦਰ ਪੈਦਾ ਹੁੰਦਾ ਗਾ ਤਾਂ ਉਹਦੇ ਵਿੱਚ ਕੀ ਹੋ ਜਾਂਦਾ ਗਾ ਸਾਡਾ, ਕਿਉਂਕਿ ਉਹ ਕੁਦਰਤ ਹੈ ਨਾ, ਕੁਦਰਤ ਨਾਲ ਅਸੀਂ ਜੁੜੇ ਹੋਏ ਹਾਂਗੇ। ਕਾਦਰ ਨੇ ਸਾਨੂੰ ਪੈਦਾ ਕੀਤਾ ਤੇ ਕਾਦਰ ਕੁਦਰਤ ਦੇ ਵਿੱਚ ਸਮਾਇਆ ਹੋਇਆ ਗਾ। ਇਸੇ ਕਰਕੇ ਸਾਡੇ ਵਾਹਿਗੁਰੂ, ਹਾਂਜੀ ਵਾਹਿਗੁਰੂ ਜੀ, ਹਾਂਜੀ ਹਾਂਜੀ ਸੌਰੀ ਮੈਮ, ਮੈਨੂੰ ਇਹ ਲੱਗਿਆ ਵੀ ਆਵਾਜ਼ ਕੱਟ ਗਈ ਕਿਤੇ। ਜਿਹੜੀ ਕੁਦਰਤ ਹੈਗੀ, ਕੁਦਰਤ ਕਾਦਰ ਨੇ ਬਣਾਈ ਹੈਗੀ, ਪਹਿਲਾਂ ਕੁਦਰਤ ਸਾਜੀ ਹੋਈ ਹੈਗੀ, ਕੁਦਰਤ ਦੇ ਵਿੱਚ ਉਹ ਆਪ ਸਮਾਇਆ ਹੋਇਆ ਗਾ। ਤਾਂ ਕੁਦਰਤ ਨੂੰ ਦੇਖ ਕੇ ਅਸੀਂ ਕੀ ਕਰਦੇ ਹਾਂ, ਇੱਕ ਵਿਲੱਖਣ ਜਾਂ ਸਾਡੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈਗਾ। ਜਦੋਂ ਸਾਡੇ ਅੰਦਰ ਉਹ ਆਨੰਦ ਪੈਦਾ ਹੋ ਜਾਂਦਾ ਹੈਗਾ ਤਾਂ ਅਸੀਂ ਆਨੰਦਿਤ ਹੋ ਜਾਂਦੇ ਹੈਗੇ। ਜੇ ਹੁਣ ਵਰਖਾ ਆਉਂਦੀ ਹੈਗੀ, ਵਰਖਾ ਨੂੰ ਦੇਖ ਕੇ ਅਸੀਂ ਵੱਖਰਾ ਜਿਹਾ ਆਨੰਦ ਸਾਡੇ ਅੰਦਰ ਪੈਦਾ ਹੁੰਦਾ, ਸਮੁੰਦਰਾਂ ਨੂੰ ਦੇਖ ਕੇ ਸਾਡੇ ਅੰਦਰ ਵੱਖਰਾ ਜਿਹਾ ਆਨੰਦ ਪੈਦਾ ਹੁੰਦਾ ਹੈਗਾ। ਤਾਂ ਉਹ ਕਿਉਂ ਹੁੰਦਾ ਹੈਗਾ? ਕਿਉਂਕਿ ਅਸੀਂ ਉਹਦੇ ਨਾਲ ਅੰਦਰੂਨੀ ਤੌਰ ਤੇ ਜੁੜੇ ਹੋਏ ਹੈਗੇ। ਜਿਹੜੀ ਇਹ ਸਾਇੰਸ ਨੇ ਚੀਜ਼ ਬਣਾਈ ਹੈ, ਤੁਸੀਂ ਦੇਖੋ ਜਿਹੜੀ ਸਾਇੰਸ ਨੇ ਚੀਜ਼ ਬਣਾਈ ਹੈ, ਸਾਇੰਸ ਦੀ ਚੀਜ਼ ਦੇਖ ਕੇ ਤੁਸੀਂ ਇੱਕ ਵਾਰ ਤਾਂ ਤੁਹਾਡੇ ਦਿਮਾਗ ਚੋਂ ਨਿਕਲ ਜਾਏਗਾ ਵੀ ਵਾਓ ਕਿਆ ਬਾਤ ਹੈ। ਉਸ ਤੋਂ ਬਾਅਦ ਤੁਹਾਡੇ ਦਿਮਾਗ ਵਿੱਚ ਡੈਫੀਨੇਟਲੀ ਮੈਂ ਇਹ ਗੱਲ ਤੁਹਾਨੂੰ 100% ਕਹਿਣੀ ਹੈਗੀ, ਤੁਹਾਡੇ ਦਿਮਾਗ ਵਿੱਚ ਬਾਅਦ ਵਿੱਚ ਇਹ ਗੱਲ ਆਏਗੀ ਵੀ ਨਹੀਂ, ਇਹ ਗੱਲ ਨਹੀਂ ਬਣੀ, ਨਹੀਂ, ਕਿਤੇ ਨਾ ਕਿਤੇ ਉਹਨੂੰ ਲੈ ਕੇ ਤੁਹਾਡੇ ਦਿਮਾਗ ਵਿੱਚ ਸਵਾਲ ਜਵਾਬ ਖੜੇ ਹੋ ਜਾਣਗੇ। ਲੇਕਿਨ ਜਿਹੜੀ ਕੁਦਰਤੀ ਚੀਜ਼ ਆ, ਕੁਦਰਤੀ ਚੀਜ਼ ਨੂੰ ਦੇਖ ਕੇ ਅਸੀਂ, ਸਾਡੇ ਅੰਦਰ ਇੱਕ ਅਚੰਭਾ ਲੱਗ ਜਾਂਦਾ ਹੈਗਾ, ਅਸੀਂ ਬੜੇ ਅੰਦਰੋਂ ਅੰਦਰੀ ਖੁਸ਼ ਹੁੰਨੇ ਹੈਗੇ। ਉਹ ਕੀ ਹੈ? ਉਹ ਪਰਮਾਤਮਾ ਨਾਲ ਜੁੜੀ ਹੋਈ ਹੈ।
ਇਸੇ ਕਰਕੇ ਕੀ ਹੈਗੀ, ਜਿਹੜੀ ਸਾਇੰਸ ਦੀ ਖੋਜ ਕਰਨੀ ਹੈਗੀ ਉਹ ਗੁਰਬਾਣੀ ਅਨੁਸਾਰ ਕਰੋ, ਗੁਰਬਾਣੀ ਨੂੰ ਨਾਲ ਲੈ ਕੇ ਕਰੋ। ਗੁਰਬਾਣੀ ਵਿੱਚ ਕਿੰਨੇ ਪੰਥਾਂ ਦੀ ਬਨਸਪਤੀ ਦੇ ਨਾਮ ਦਿੱਤੇ ਹੋਏ ਆ, ਕਿੰਨੇ ਤਰ੍ਹਾਂ ਦੇ ਪੰਛੀਆਂ ਦੇ ਨਾਮ ਦਿੱਤੇ ਹੋਏ ਹੈਗੇ, ਕਿੰਨਾ ਕੁਝ ਗੁਰਬਾਣੀ ਵਿੱਚ ਦਿੱਤਾ ਹੋਇਆ ਹੈਗਾ। ਲੇਕਿਨ ਜਦੋਂ ਅਸੀਂ ਗੁਰਬਾਣੀ ਦਾ ਰਿਸਰਚ ਕਰਾਂਗੇ ਤਾਂ ਸਾਨੂੰ ਪਤਾ ਚੱਲੇਗਾ ਵੀ ਗੁਰਬਾਣੀ ਵਿੱਚ, ਗੁਰਬਾਣੀ ਸਾਇੰਸ ਨਾਲੋਂ ਕਿਵੇਂ ਉੱਪਰ ਹੈਗੀ, ਤਾਂ ਉਹਦੇ ਵਿੱਚ ਸਾਨੂੰ ਨਵੀਆਂ ਖੋਜਾਂ ਪੈਦਾ ਹੋਣਗੀਆਂ। ਇਸੇ ਕਰਕੇ ਸਾਨੂੰ ਕੀ ਹੈਗਾ, ਗੁਰਬਾਣੀ ਅਨੁਸਾਰ ਚੱਲਣਾ ਬਹੁਤ ਜ਼ਰੂਰੀ ਆ। ਆਪ ਪੜ੍ਹੋ ਤੇ ਦੂਜਿਆਂ ਨੂੰ ਪੜ੍ਹਾਓ। ਤੇ ਮੈਨੂੰ ਇਹ ਬਹੁਤ ਵਧੀਆ ਉਪਰਾਲਾ, ਸਹਿਯੋਗ ਮੈਂ ਵੀਰ ਜੀ ਹੁਣਾਂ ਨੂੰ ਸਿਜਦਾ ਕਰਦੀ ਹੈਗੀ ਲੱਖ ਵਾਰ। ਵੀਰ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਿ ਜੋ ਵੀਰ ਜੀ ਹੁਣਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ ਬੱਚਿਆਂ ਦੀ ਪਨੀਰੀ ਸੰਭਾਲਣ ਦਾ। ਕਿਉਂਕਿ ਜੇਕਰ ਅਸੀਂ ਪਨੀਰੀ ਨਹੀਂ ਸੰਭਾਲ ਸਕਦੇ ਨਾ, ਤਾਂ ਫਿਰ ਅਸੀਂ ਫਸਲ ਦੀ ਆਸ ਨਾ ਕਰੀਏ ਵੀ ਜਿਹੜੀ ਫਸਲ ਹੈਗੀ ਉਹ ਸਾਡੇ ਕੋਲੇ ਵਧੀਆ ਹੋ ਜਾਊਗੀ, ਜਾਂ ਜਿਹੜੀ ਸਾਡੀ ਧਰਤੀ ਹੈਗੀ, ਉਹ ਧਰਤੀ ਦਾ ਮਤਲਬ ਕਿ ਵੀ ਜਿਹੜਾ ਸਾਡਾ ਸੰਸਾਰ ਹੈਗਾ ਉਹ ਇੱਕ ਬੈਸਟ ਰਹਿ ਜਾਏਗਾ। ਅਸੀਂ ਇਸ ਚੀਜ਼ ਦੀ ਆਸ ਨਾ ਕਰੀਏ। ਸਾਨੂੰ ਪਹਿਲਾਂ ਪਨੀਰੀ ਸੰਭਾਲਣ ਦੀ ਲੋੜ ਆ, ਸਾਨੂੰ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਲੋੜ ਆ। ਉਸ ਤੋਂ ਬਾਅਦ ਅਗਲੇਰੀ ਫੇਰ ਪੜ੍ਹਾਈ ਮਤਲਬ ਦੇਖੀਏ ਅਸੀਂ ਵੀ ਅਗਲੇਰੀ ਪੜ੍ਹਾਈ ਕੀ ਕਰਨੀ ਹੈ। ਬੱਚਿਆਂ ਨੂੰ ਨਾਲ ਇਹ ਜ਼ਰੂਰੀ ਹੈ ਦੱਸਣਾ ਵੀ ਗੁਰਬਾਣੀ ਪਹਿਲਾਂ, ਦੂਸਰੀ ਪੜ੍ਹਾਈ ਬਾਅਦ ਚ ਦੁਨਿਆਵੀ। ਕਿਉਂਕਿ ਜਿਹੜੀ ਦੁਨਿਆਵੀ ਪੜ੍ਹਾਈ ਹੈਗੀ, ਦੁਨਿਆਵੀ ਪੜ੍ਹਾਈ ਤਾਂ ਤੁਸੀਂ ਸੱਚ ਨਹੀਂ ਜਾਣਨਾ, ਇਸ ਗੱਲ ਦਾ ਪਲੀਜ਼ ਮੈਂ ਮਾਫੀ ਮੰਗਦੀ ਹਾਂ ਪਹਿਲਾਂ ਹੀ। ਕਿਉਂਕਿ ਅੱਜ ਤੱਕ ਮੈਂ PhD ਜ਼ਰੂਰ ਕੀਤੀ ਹੈ, ਬਟ ਮੈਂ ਜ਼ਿਆਦਾਤਰ ਕਿਤਾਬਾਂ ਨਹੀਂ ਪੜ੍ਹੀਆਂ। ਮੈਂ ਸਿਰਫ ਇਹ ਸਮਝਦੀ ਹੁੰਦੀ ਸੀ ਵੀ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ ਕੋਲ, ਤਾਂ ਸਾਨੂੰ ਜ਼ਿਆਦਾ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ। ਕਿਤਾਬ ਇੱਕ ਰਾਈਟਰ ਦਾ ਮਾਈਂਡ ਹੋ ਸਕਦਾ ਹੈਗਾ, ਲੇਕਿਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ, ਉਹ ਇਲਾਹੀ ਆ, ਉਹ ਇਲਾਹੀ ਬਾਣੀ ਹੈਗੀ ਹਨਾ, ਤੁਰਕੀ ਬਾਣੀ ਹੈਗੀ। ਜੇਕਰ ਤੁਸੀਂ ਤੁਰਕੀ ਬਾਣੀ ਪੜ੍ਹਦੇ ਹੋਗੇ ਨਾ, ਤਾਂ ਤੁਹਾਨੂੰ ਫਿਰ ਕੀ ਹੈਗਾ, ਆਸੇ ਪਾਸੇ ਦੇਖਣ ਦੀ ਲੋੜ ਨਹੀਂ ਹੈ। ਕਿੰਨੀ ਮਰਜ਼ੀ, ਕੋਈ ਵੀ ਰਿਸਰਚ ਕਰ ਲਓ, ਕੋਈ ਵੀ ਦੁਨੀਆ ਤੇ ਤੁਸੀਂ ਚਲੇ ਜਾਓ, ਕਿੱਡਾ ਵੀ ਵੱਡਾ ਸਾਇੰਟਿਸਟ ਨੂੰ ਬਰਾਬਰ ਲੈ ਲਓ, ਜੇਕਰ ਤੁਸੀਂ ਗੁਰਬਾਣੀ ਪੜ੍ਹੀ ਹੋਈ ਹੈ ਤਾਂ ਇਹ ਮੈਂ 100% ਸ਼ੋਰਟੀ ਨਾਲ ਤੁਹਾਨੂੰ ਕਹਿਣੀ ਹੈ। ਜੇਕਰ ਤੁਸੀਂ ਗੁਰਬਾਣੀ ਪੜ੍ਹਦੇ ਹੋਗੇ, ਗੁਰਬਾਣੀ ਪੜ੍ਹ ਕੇ ਰਿਸਰਚ ਕਰਦੇ ਹੋਗੇ, ਗੁਰਬਾਣੀ ਦਾ ਓਟ ਆਸਰਾ ਲੈ ਕੇ, ਤਾਂ 101% ਕੀ ਹੈ, ਤੁਸੀਂ ਤਾਂ ਕਿਤੇ ਵੀ ਹਾਰ ਨਹੀਂ ਮੰਨੋਗੇ। ਤਾਂ ਕਿਹੋ ਜਿਹੀ ਵੀ ਰਿਸਰਚ ਹੈਗੀ ਉਹ ਕਰ ਲਿਓ, ਤਾਂ ਤੁਸੀਂ ਸਫਲ ਹੀ ਹੋਵੋਗੇ। ਸੋ ਮੇਰੀਆਂ ਇੰਨੀਆਂ ਕੋ ਬੇਨਤੀਆਂ ਸੀਗੀਆਂ, ਤੇ ਭੁੱਲ ਚੁੱਕ ਦੀ ਖਿਮਾ, ਅੱਖਰ ਵਾਧਾ ਘਾਟਾ, ਭੁੱਲ ਚੁੱਕ ਮਾਫ ਕਰਨੀ। ਕਿਸੇ ਦਾ ਵੀ ਸਵਾਲ ਹੋਵੇ ਤਾਂ ਪਲੀਜ਼ ਉਹ ਪੁੱਛ ਸਕਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਰਮਨਦੀਪ ਕੌਰ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਉਣਾ ਕੀਤਾ ਜੀ। ਗੁਰਬਾਣੀ ਤੇ ਸਾਇੰਸ ਜੇ ਰਿਸਰਚ ਕਰਨੀ ਹੈ, ਬਹੁਤ ਵਧੀਆ ਗੱਲ ਕੀਤੀ ਹੈ ਜੀ ਕਿ ਅਸੀਂ ਆਪਣੇ ਮਨ ਦੀ ਰਿਸਰਚ ਕਰੀਏ ਗੁਰਬਾਣੀ ਰਾਹੀਂ, ਗੁਰੂ ਦੇ ਰਾਹੀਂ, ਗੁਰੂ ਦੇ ਸ਼ਬਦ ਰਾਹੀਂ ਅਸੀਂ ਆਪਣੇ ਮਨ ਦੀ ਘਾਟ ਘੜੀਏ ਸੁਰਤ ਮਤ ਮਨ ਬੁੱਧ। ਗੁਰਬਾਣੀ ਦੇ ਸ਼ਬਦਾਂ ਰਾਹੀਂ ਅਸੀਂ ਆਪਣੇ ਮਨ ਦੀ ਰਿਸਰਚ ਕਰਕੇ ਘਾਟ ਘੜੀਏ। ਗੁਰਬਾਣੀ ਹੈ ਜਿਹੜੀ ਸਾਇੰਸ ਉੱਥੇ ਖਤਮ ਹੁੰਦੀ ਹੈ ਜਿੱਥੋਂ ਗੁਰਬਾਣੀ ਅਧਿਆਤਮਿਕ ਸ਼ੁਰੂ ਹੁੰਦੀ ਹੈ। ਸਾਇੰਸ ਵਾਲੇ ਤੇ ਅੱਜ ਕਹਿੰਦੇ ਆ H2O ਪਾਣੀ ਗੈਸਾਂ ਤੋਂ ਬਣਿਆ, ਪਰ ਗੁਰੂ ਸਾਹਿਬ ਨੇ ਤੇ ਗੁਰਬਾਣੀ ਦੇ ਵਿੱਚ ਪਹਿਲਾਂ ਹੀ ਲਿਖਿਆ, ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਚਾਰਲਸ ਡਾਰਵਨ ਹੈ ਜਿਹੜਾ, ਉਹ 1853 ਦੇ ਵਿੱਚ ਆਪਣਾ ਸਿਧਾਂਤ ਪੇਸ਼ ਕਰਦਾ ਹੈਗਾ ਵੀ ਬਿਗ ਬੈਂਗ ਥਿਊਰੀ ਦਿੰਦਾ ਵੀ ਧਰਤੀ ਇਸ ਤਰ੍ਹਾਂ ਬਣੀ, ਪਰ ਗੁਰੂ ਸਾਹਿਬ ਤੇ ਪਹਿਲਾਂ ਕਹਿੰਦੇ ਅਰਬਦ ਨਰਬਦ ਧੰਦੂਕਾਰਾ। ਇਹ ਹੁਣ ਕਹਿ ਰਹੇ ਆ ਗਲੈਕਸੀ ਅੰਦਰ ਗਲੈਕਸੀ ਵੀ, ਹੋਰ ਪਤਾਲ ਲੱਖ ਗਾਸਾਂ ਗਾਸ। ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਅੰਦਰ ਪਹਿਲਾਂ ਕਹਿ ਦਿੱਤਾ। ਉਹਨਾਂ ਨੇ ਕਿਹੜੀ ਰਿਸਰਚ ਕੀਤੀ ਸੀ? ਆਪਾਂ ਉਹ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੁੜਨਾ ਕਰੀਏ। ਸੋ ਭੈਣ ਜੀ ਨੇ ਬੜਾ ਸੋਹਣੇ ਤਰੀਕੇ ਦੇ ਨਾਲ, ਤੇ ਵੀਰ ਜਸਵੀਰ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਭੈਣ ਜੀਆਂ ਦੀ, ਇੰਨੇ ਵਧੀਆ ਭੈਣ ਜੀਆਂ ਦੀ ਮੁਲਾਕਾਤ ਕਰਵਾਈ ਹੈ, ਸਾਡੇ ਨਾਲ ਰੂਬਰੂ ਕੀਤਾ ਹੈ। ਉਹਨਾਂ ਦੇ ਵਚਨ ਸੁਣ ਕੇ ਆਨੰਦ ਆ ਗਿਆ। ਸੋ ਹੁਣ ਬੱਚਿਆਂ ਨੂੰ ਬੇਨਤੀ ਹੈ ਜੀ, ਜਿਨ੍ਹਾਂ ਨੇ ਪੂਰੇ ਧਿਆਨ ਦੇ ਨਾਲ ਬੱਚਿਆਂ ਨੇ ਸੁਣਿਆ ਤੇ ਉਸ ਜੋ ਬੋਲਿਆ ਗਿਆ ਉਸ ਨਾਲ ਸੰਬੰਧਿਤ ਕਿਸੇ ਵੀ ਬੱਚੇ ਦਾ ਕੋਈ ਸਵਾਲ ਹੈ ਤੇ ਉਹ ਹੈਂਡ ਰੇਜ਼ ਕਰਨਗੇ ਜੀ। ਬਾਕੀ ਬੱਚੇ ਆ ਜਿਹੜਾ ਉਹ ਜਿਨ੍ਹਾਂ ਨੇ ਕੋਈ ਆਪਣੇ ਵਿਚਾਰ ਦੇਣੇ ਆ ਉਹ ਨਹੀਂ ਜੀ ਲਏ ਜਾਣਗੇ ਜੀ। ਜਿਹੜੇ ਬੱਚਿਆਂ ਦੇ ਸਿਰਫ ਸਵਾਲ ਜਵਾਬ ਨੇ ਉਹਨਾਂ ਦੇ ਜਵਾਬ ਦਿੱਤੇ ਜਾਣਗੇ ਜੀ। ਉਹ ਆਪਣੇ ਹੈਂਡ ਰੇਜ਼ ਕਰੋ ਜੀ। ਪਹਿਲਾ ਹੈ ਜੀ ਰਾਜਵਿੰਦਰ ਸਿੰਘ ਜੀ। ਰਾਜਵਿੰਦਰ ਸਿੰਘ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
बेटा आवाज नहीं क्लियर आ रही ਤੁਹਾਡੀ। मैम मैनू ना आवाज नहीं सुनाई दे रही जी। आवाज क्लियर नहीं आ रही जी, ਤੁਹਾਡੇ ਨੈਟ ਦੀ ਪ੍ਰੋਬਲਮ ਹੈ ਬੇਟਾ, ਆਵਾਜ਼ ਨਹੀਂ ਕਲੀਅਰ ਹੋ ਰਹੀ। ਤੁਹਾਨੂੰ ਫਿਰ ਲੈਣੇ ਆ ਹੁਣ ਦੇਰ ਤੱਕ ਆਪਾਂ ਜਸ਼ਨਪ੍ਰੀਤ ਕੌਰ ਜੀ, ਜਸ਼ਨਪ੍ਰੀਤ ਕੌਰ ਜੀ। बेटा चैट विच लिख दो, चैट विच लिख दो बेटा, आवाज नहीं आ रही ਤੁਹਾਡੀ। वाहिगुरु जी। जशनप्रीत कौर जी। हाँ जी हाँ जी बेटा जी। वाहिगुरु जी आवाज आ रही है जी? हाँ जी बेटे आ रही ਅਸੀਂ है। ਸਵਾਲ ਪੁੱਛਣਾ ਸੀ हाँ जी ਵੀ ਜਿਹੜੇ ਬੱਚੇ ਸਟੂਡੈਂਟ ਹੁੰਦੇ ਆ ਵੀ ਉਹਨਾਂ ਨੂੰ ਸਾਇੰਸ ਜ਼ਿਆਦਾ ਕੰਫਰਟੇਬਲ ਹੁੰਦੀ ਹੈ ਕਿ ਗੁਰਬਾਣੀ ਜੀ? किमें बच्चे प्लीज रिपीट करना बेटे। ਸੌਰੀ ਗਲਤ ਕੁਐਸਚਨ ਹੋ ਗਏ ਸੀ। ਜਿਸ ਐਂ ਪੁੱਛ ਰਹੇ ਸੀਗੇ ਵੀ ਆਪਾਂ ਗੁਰਬਾਣੀ ਡਿਫਿਕਲਟ ਹੋ ਰਹੀ ਹੈ ਜੀ ਕਿ ਸਾਇੰਸ? नहीं बेटे जिहड़ी गुरबाणी है ना, गुरबाणी डिफिकल्ट नहीं हैगी। गुरबाणी तां जिहड़ी साइंस नूं सौखा करदी हैगी, क्योंकि जिहड़ा तुहाडा दिमाग है ना, दिमाग नूं प्रफुल्लित करदी है गुरबाणी। तुहाडे नूं गुरबाणी तुहाडे दिमाग नूं खोलदी हैगी, तुहानूं कुदरत दा जिहड़ा यूनीवर्सल हैगा है ना, तुहानूं ब्रह्मंड हैगा ओहदा ओह करदी हैगी। गुरबाणी तां साइंस तो किते ਉੱਚੀ हैगी बेटे। अंडरस्टैंड होया बच्चे? हाँ जी वाहिगुरु जी, धन्यवाद बहन जी। एक ईपीपी नंबर 16171 जी, ईपीपी नंबर 16171 जोन जैतो तो। वाहिगुरु जी, वाहिगुरु जी का खालसा वाहिगुरु जी की फतेह जी। भैन जी एक प्रॉब्लम आउंदी जे तां माइक ऑन करदे आ तां फिर आवाज कनैक्शन दी आ जांदी जी। सो मैं भैन जी नाल आडियो तौर ते सवाल पुछना जी। हाँ जी ਭੈਣ ਜੀ ਮੇਰਾ ਇੱਕ ਸਵਾਲ ਤੁਹਾਨੂੰ ਇਹ ਸੀਗਾ ਵੀ ਜਿਵੇਂ ਤੁਸੀਂ ਦੱਸਿਆ ਨਾ ਵੀ ਗੁਰਬਾਣੀ ਜਿਹੜੀ ਆ ਸਾਇੰਸ ਨੂੰ ਸੌਖਾ ਕਰ ਦਿੰਦੀ ਹੈ ਜੀ। जी ਪਰ ਫਿਰ ਵੀ ਅੱਜ ਦੀ ਜਨਰੇਸ਼ਨ, ਅੱਜ ਦੇ ਲੋਕ ਜ਼ਿਆਦਾ ਸਾਇੰਸ ਦੇ ਵਿੱਚ ਹੀ ਕਿਉਂ ਵਿਸ਼ਵਾਸ ਰੱਖਦੇ ਜੀ? ਉਹ ਗੁਰਬਾਣੀ ਨੂੰ ਕਿਉਂ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ, ਉਹ ਸਾਇੰਸ ਨੂੰ ਜ਼ਿਆਦਾ ਫੋਲੋ ਕਰਦੇ ਆ ਜੀ? ਇਹਦਾ ਕੀ ਕਾਰਨ ਹੈ ਭੈਣ ਜੀ? ਇਹ ਪ੍ਰੋਬਲਮ ਉਹੀ ਹੈ ਨਾ, ਕਿਉਂਕਿ ਇਹ ਸਾਡੀ ਜਿਹੜੀ ਅਗਿਆਨਤਾ ਹੈਗੀ, ਮੈਂ ਪਹਿਲੇ ਵੀ ਸ਼ਾਇਦ ਨਹੀਂ ਇਹ ਗੱਲ ਕੀਤੀ, ਕਿਉਂਕਿ ਸਾਡੀ ਇਹ ਅਗਿਆਨਤਾ ਹੈਗੀ, ਅਸੀਂ ਗੁਰੂ ਨਾਲੋਂ ਟੁੱਟ ਚੁੱਕੇ ਹਾਂ, ਅਸੀਂ ਮੂਲ ਨਾਲੋਂ ਟੁੱਟ ਚੁੱਕੇ ਆਂਗੇ। ਇਸ ਕਰਕੇ ਕਿਉਂਕਿ ਜਿਹੜੇ ਸਾਡੇ ਪਹਿਲੇ, ਤੁਸੀਂ ਇਹ ਦੇਖੋ ਪਹਿਲੇ ਵੈਦ ਹੁੰਦੇ ਸੀਗੇ ਨਾ ਜਿਹੜੇ ਸਾਡੇ, ਮਤਲਬ ਉਹ ਆਪਣੀ ਜੜੀ ਬੂਟੀਆਂ ਰਾਹੀਂ ਮਤਲਬ ਤਕਲੀਫਾਂ ਨੂੰ ਦੂਰ ਕਰ ਦਿੰਦੇ ਸੀ, ਵੱਡੀਆਂ ਵੱਡੀਆਂ ਬਿਮਾਰੀਆਂ ਨੂੰ। ਲੇਕਿਨ ਅੱਜ ਜਿਹੜੀਆਂ ਬਿਮਾਰੀਆਂ ਨੇ, ਭਿਆਨਕ ਕੈਂਸਰ ਵਰਗੀਆਂ ਬਿਮਾਰੀਆਂ ਨੇਗੀਆਂ, ਉਹ ਡਾਕਟਰਾਂ ਤੋਂ ਆਪਰੇਸ਼ਨਾਂ ਤੋਂ ਬਿਨਾਂ ਜਾਂ ਆਪਰੇਸ਼ਨ ਕਰਨ ਤੋਂ ਬਾਅਦ ਵੀ ਨਹੀਂ ਠੀਕ ਹੁੰਦੀਆਂ ਨੇਗੀਆਂ। ਲੇਕਿਨ ਜਿਹੜੇ ਲੋਕ ਹੈਗੇ, ਲੋਕ ਮਤਲਬ ਇਸ ਚੀਜ਼ ਨੂੰ ਪ੍ਰੈਫਰ ਕਰਦੇ ਨੇ, ਸਾਇੰਸ ਨੂੰ ਵੀ ਪਤਾ ਨਹੀਂ ਸਾਇੰਸ ਕੀ ਚੀਜ਼ ਹੈਗੀ ਹਨਾ, ਲੇਕਿਨ ਉਹ ਗੁਰਬਾਣੀ ਨੂੰ, ਉਹਦੇ ਵਿੱਚ ਗੁਰਬਾਣੀ ਨੂੰ ਖੋਜਦੇ ਨਹੀਂ ਨਾ ਹੈਗੇ। ਜਿੰਨਾ ਤੱਕ ਗੁਰਬਾਣੀ ਨੂੰ ਅਸੀਂ ਖੋਜਦੇ ਨਹੀਂ ਹੈਗੇ, ਉਹਨਾਂ ਤੱਕ ਸਾਨੂੰ ਇਹ ਪ੍ਰੋਬਲਮ ਆਏਗੀ ਹੀ ਆਏਗੀ, ਉਹਨਾਂ ਤੱਕ ਅਸੀਂ ਦੂਸਰੀ ਚੀਜ਼ ਵੱਲ ਭੱਜਾਂਗੇ ਹੀ ਭੱਜਾਂਗੇ। ਇਹ ਗੱਲ ਹੈ ਭੈਣ ਜੀ। ਜਿਹੜੇ ਜਸਵਿੰਦਰ ਸਿੰਘ ਵੀਰ ਜੀ ਹੈ ਨਾ ਆਪਣੇ ਜੀ, ਜਸਵਿੰਦਰ ਸਿੰਘ ਖਾਲਸਾ ਵੀਰ ਜੀ, ਉਹ ਸਭ ਤੋਂ ਵੱਡੀ ਐਗਜ਼ਾਮਪਲ ਹੈ ਜੀ। ਉਹ ਦੱਸਦੇ ਪਏ ਸੀ ਵੀ ਗੁਰਬਾਣੀ ਪੜ੍ਹਨ ਦੇ ਨਾਲ ਅੱਜ ਮੈਂ ਬਿਲਕੁਲ ਤੰਦਰੁਸਤ ਹਾਂ ਜੀ। ਤਾਂ ਉਹ ਸਭ ਤੋਂ ਵੱਡੀ ਐਗਜ਼ਾਮਪਲ ਆ। ਅਸੀਂ ਮੈਂ ਇਹ ਵਿਚਾਰ ਵੀ ਸਾਇੰਸ ਨੂੰ ਅਸੀਂ ਉਹ ਅਲੱਗ ਥਾਂ, ਅਸੀਂ ਗੁਰਬਾਣੀ ਤੇ ਜ਼ਿਆਦਾ ਵਿਸ਼ਵਾਸ ਕਰੀਏ ਜੀ। ਮੈਨੂੰ ਉੱਥੋਂ ਮੇਰੇ ਮਨ 'ਚ ਇਹ ਗੱਲ ਆਈ ਸੀ, ਜਸਵਿੰਦਰ ਵੀਰ ਜੀ ਨੇ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਿਆ ਤਾਂ ਜਸਵਿੰਦਰ ਵੀਰ ਜੀ ਅੱਜ ਬਿਲਕੁਲ ਤੰਦਰੁਸਤ ਨੇ ਜੀ। ਵੀਰ ਜੀ ਮੈਂ ਆਪਣੀ ਵੀ, ਮੈਡਮ ਸੌਰੀ ਮੈਂ 1 ਮਿੰਟ ਲੈਣਾਗਾ ਜੀ, ਬੱਚਿਆਂ ਦਾ ਟਾਈਮ ਵੀ ਹੋ ਰਿਹਾ। ਐਕਚੁਅਲ ਚ ਨਾ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਜੀ 2015 ਵਿੱਚ, ਤੇ ਮੇਰਾ ਫੇਸ ਪੂਰਾ ਵੀ ਫੁੱਟ ਗਿਆ ਸੀਗਾ ਜੀ, ਤੇ ਨੱਕ ਦੀਆਂ ਹੱਡੀਆਂ ਵਗੈਰਾ ਟੁੱਟ ਗਈਆਂ ਸੀਗੀਆਂ ਜੀ, ਤੇ ਜਿਹੜਾ ਬਲੱਡ ਹੈਗਾ ਉਹ ਅੰਦਰ ਪੈਣ ਲੱਗ ਗਿਆ ਸੀਗਾ। ਤੇ ਡਾਕਟਰ ਓਦਾਂ ਮੈਨੂੰ ਪੂਰੀ ਤਰ੍ਹਾਂ ਸੁਰਤ ਸੀਗੀ ਜੀ ਹਨਾ, ਤੇ ਉਸ ਤੋਂ ਬਾਅਦ ਡਾਕਟਰ ਕਹਿੰਦਾ ਵੀ ਲੁਧਿਆਣੇ ਰੈਫਰ ਕਰਨਾਗਾ ਜੀ, ਤੇ ਵੀ ਮਤਲਬ ਜੇ ਅੱਧੇ ਘੰਟੇ ਚ ਪਹੁੰਚ ਗਏ ਤਾਂ ਠੀਕ ਆ, ਅਦਰਵਾਈਜ਼ ਨਹੀਂ। ਤਾਂ ਮੈਂ ਉਸ ਟਾਈਮ ਆਪਣੇ ਮਨ ਵਿੱਚ ਕਹੀ ਗੱਲ ਜੀ, ਮੈਂ ਕਿਹਾ ਵੀ ਜੇ ਤੂੰ ਲੈ ਕੇ ਜਾਣਾਗਾ ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਤੇਰਾ ਹੁਕਮ ਹੈ। ਨਾਲ ਦੀ ਨਾਲ ਮੈਨੂੰ ਬਲੱਡ ਦੀ ਉਲਟੀ ਆਈ ਜੀ, ਤੇ ਮੈਂ ਨਾਲ ਦੀ ਨਾਲ ਠੀਕ ਹੋ ਗਈ। ਡਾਕਟਰਾਂ ਨੇ ਉਸ ਤੋਂ ਬਾਅਦ ਕਹਿੰਦੇ ਮੇਰੇ ਨੋਜ਼ ਦਾ ਆਪਰੇਟ ਕਰ ਦਿੱਤਾ ਤੇ ਠੀਕ ਹੋ ਗਿਆ ਜੀ। ਇੱਕ ਤਾਂ ਇਹ ਐਗਜ਼ਾਮਪਲ ਹੋਈ ਜੀ, ਦੂਸਰੀ ਮੇਰੇ ਨਾਲ ਹੋਈ ਉਹੀ ਐਕਸੀਡੈਂਟ ਦੇ ਕਾਰਨ ਜੀ ਮੇਰੇ ਕਲੌਟ ਬਣ ਗਏ ਸੀਗੇ ਸਿਰ 'ਚ, ਤੇ ਡਾਕਟਰਾਂ ਨੇ ਉਦੋਂ ਆਪਰੇਸ਼ਨ ਦਾ ਕਿਹਾ ਸੀਗਾ ਜੀ। ਤਾਂ ਮਤਲਬ ਮੈਂ
ਗੁਰਬਾਣੀ ਲਗਾਤਾਰ ਪੜ੍ਹਦੀ ਰਹੀ ਜੀ, ਪੜ੍ਹਦੀ ਰਹੀ। ਕਿਸੇ ਗੁਰਦੁਆਰਾ ਸਾਹਿਬ ਅਸੀਂ ਤਲੋਕੇ ਵਾਲਾ ਤੁਸੀਂ ਸੁਣਿਆ ਹੋਏਗਾ ਜੀ, ਉੱਥੇ ਅਸੀਂ ਜਾਂਦੇ ਹੈਗੇ ਆ। ਉੱਥੇ ਬਰਸੀ ਤੇ ਬਾਬਾ ਜੀ ਦੀ ਤੇ ਰੌਲ ਸੀਗੀ ਮੇਰੀ ਬਾਬਾ ਫਰੀਦ ਜੀ ਦੇ ਸਲੋਕਾਂ ਤੇ ਜੀ। ਜਦੋਂ ਮੈਂ ਰੌਲ ਲਾਈ ਜੀ, ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਹੈਗਾ ਕਿ ਮੈਂ ਖੁਦ ਬਾਣੀ ਪੜ੍ਹ ਰਹੀ ਹਾਂ ਜਾਂ ਕੋਈ ਹੋਰ ਪੜ੍ਹ ਰਿਹਾ ਹੈਗਾ। ਉਸ ਤੋਂ ਬਾਅਦ ਜਦੋਂ ਮੈਂ ਰਿਪੋਰਟ ਕਰਵਾਈ ਜੀ, ਰਿਪੋਰਟ ਮੇਰੀ ਨੋਰਮਲ ਆਈ। ਤੁਸੀਂ ਦੇਖੋ, ਇਹ 2 ਐਗਜ਼ਾਮਪਲਾਂ ਤੁਹਾਡੇ ਸਾਹਮਣੇ ਨੇਗੀਆਂ। ਗੁਰਬਾਣੀ ਵਿੱਚ ਇਹੋ ਜਿਹੀ ਸੁਪਰੀਮ ਪਾਵਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਭੈਣ ਜੀ ਨੇ ਆਪਣੇ ਨਾਲ ਘਟਨੀਆਂ ਜਿਹੜੀਆਂ ਘਟਨਾ ਘਟੀ ਆ ਉਹ ਵੀ ਸਾਡੇ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ। ਵਿਸ਼ਵਾਸ ਦੀ ਗੱਲ ਹੈ ਜੀ, ਜਦੋਂ ਸਾਡਾ ਵਿਸ਼ਵਾਸ ਬਣ ਜਾਂਦਾ ਤੇ ਫਿਰ ਸਭ ਕੁਝ ਜਿਵੇਂ ਉਸ ਦਿਨ ਭੈਣ ਜੀ ਦੱਸਦੇ ਸੀ ਕਿ ਫਿਰ ਤੇ ਰੱਬ ਗੁਰੂ ਪਰਮਾਤਮਾ ਸ਼ਰਤਾਂ ਵੀ ਮੰਨਦਾ ਵਾ ਆਪਣੇ ਪਿਆਰਿਆਂ ਦੀਆਂ। ਬਿਲਕੁਲ ਜੀ, ਬਿਲਕੁਲ, ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ ਇਹਦੇ ਵਿੱਚ ਭੈਣ ਜੀ। ਹਾਂਜੀ ਬੱਚੇ, ਹੋਰ ਨੰਬਰ ਆਪਾਂ ਹਾਂਜੀ 10160 ਜੀ, ਪਟਿਆਲਾ ਜ਼ੋਨ ਤੋਂ ਮਨਦੀਪ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਕੀ ਫਤਿਹ ਬੇਟੇ। ਹਾਂਜੀ, ਪਹਿਲਾਂ ਤਾਂ ਮੈਂ ਮੈਮ ਦਾ ਬਹੁਤ ਥੈਂਕਸ ਕਰਨਾ ਚਾਹਾਂਗੀ ਬਾਰੇ ਬਹੁਤ ਵਧੀਆ ਢੰਗ ਨਾਲ ਦੱਸਿਆ। ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਇੱਕ ਜਿਵੇਂ ਸਾਇੰਟਿਸਟ ਹੋਇਆ ਗੈਲੀਲੀਓ, ਮੈਂ ਉਸਦੀ ਐਗਜ਼ਾਮਪਲ ਲੈ ਕੇ ਦੱਸਣਾ ਚਾਹਾਂਗੀ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੈਲੀਲੀਓ ਨੇ 4 ਅਪ੍ਰੈਲ 1597 ਈਸਵੀ ਦੇ ਵਿੱਚ ਟੈਲੀਸਕੋਪ ਦੀ ਖੋਜ ਕੀਤੀ ਸੀ। ਪਰ ਉਸਨੇ ਟੈਲੀਸਕੋਪ ਦੇ ਨਾਲ ਕੀਤਾ ਕਿ ਉਸਨੇ ਚੰਦਰਮਾ ਦੀ ਅਤੇ ਸੂਰਜ ਬਾਰੇ ਇਹ ਗੱਲ ਪਤਾ ਕੀਤੀ ਕਿ ਸੂਰਜ ਦੀ ਆਪਣੀ ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੁੰਦੀ। ਉਹ ਚੰਦਰਮਾ ਤੋਂ ਰੋਸ਼ਨੀ ਲੈ ਸੂਰਜ ਤੋਂ ਚੰਦਰਮਾ ਨੂੰ ਰੋਸ਼ਨੀ ਲੈ ਕੇ ਉਹ ਤਾਂ ਚਮਕਦਾ ਹੈਗਾ। ਤੇ ਉਸਨੇ ਇਹ ਖੋਜ ਕੀਤੀ। ਬਟ ਗੁਰੂ ਨਾਨਕ ਦੇਵ ਜੀ ਹਨ ਜੋ ਉਹਨਾਂ ਗੁਰੂ ਨਾਨਕ ਦੇਵ ਜੀ ਜੋਤ ਸਮਾਉਣ ਤੋਂ 72 ਸਾਲ ਬਾਅਦ ਟੈਲੀਸਕੋਪ ਹੋਂਦ ਵਿੱਚ ਆਇਆ। ਬਟ ਜਿਹੜੇ ਗੁਰੂ ਨਾਨਕ ਦੇਵ ਜੀ ਹਨ 72 ਸਾਲ ਤਾਂ ਉਦੋਂ ਹੋਏ ਜਦੋਂ ਉਹਨਾਂ ਦੀ ਜੋਤ ਸਮਾਉਣ ਤੋਂ ਬਾਅਦ ਟੈਲੀਸਕੋਪ ਦੀ ਹੋਂਦ ਖੋਜ ਕੀਤੀ ਗਈ। ਤਾਂ ਉਸ ਤੋਂ ਬਾਅਦ ਇਸੇ ਲਈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਗੁਰਮਾਨ ਹਨ ਜੋ ਪਹਿਲਾਂ ਹੀ ਉਹਦੇ ਵਿੱਚ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਹੀ ਇਹ ਦਰਜ ਕੀਤੇ ਸਨ। ਪਹਿਲਾ ਫਰਮਾਨ ਹੈ ਸ਼ਸਤਰ ਸੂਰ ਵਸੈ ਮਿਟੈ ਅੰਧਿਆਰਾ। ਦੂਜਾ ਹੈ ਜੀ ਸਤਿ ਕਹਿ ਕਰ ਸੂਰ ਸਮਾਵੈ। ਤੀਜਾ ਹੈ ਜੀ ਚੰਦ ਸੂਰਜ ਦੀਪਕ ਰਾਖੇ ਸਤ ਕਰ ਸੂਰ ਸਮਾਏ ਦਾ। ਤੇ ਇਸੇ ਲਈ ਗੁਰੂ ਜੀ ਨੂੰ 15ਵੀਂ ਸ਼ਤਾਬਦੀ ਦੇ ਵਿੱਚ ਬਿਨਾਂ ਕਿਸੇ ਟੈਲੀਸਕੋਪ ਤੋਂ ਇਹ ਕਹਿ ਦਿੱਤਾ ਕਿ ਚੰਦਰਮਾ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੁੰਦੀ, ਸੂਰਜ ਦੀ ਰੋਸ਼ਨੀ ਉਸ ਉੱਤੇ ਪੈਂਦੀ ਹੈ। ਇਹ ਦੇਖੀ ਕਿ ਗੁਰੂ ਸਾਹਿਬ ਦਾ ਜਨਮ 1469 ਈਸਵੀ ਦੇ ਵਿੱਚ ਹੋਇਆ ਸੀ ਤੇ ਉਹਨਾਂ ਨੇ ਕਿੰਨਾ ਸਮਾਂ ਗੁਜ਼ਾਰਿਆ। ਤੇ ਉਸ ਤੋਂ ਵੀ 71 ਜਦੋਂ ਉਹਨਾਂ ਦੇ ਜੋਤੀ ਜੋਤ ਸਮਾਈ ਉਸ ਤੋਂ ਵੀ 71 ਸਾਲ ਬਾਅਦ ਟੈਲੀਸਕੋਪ ਦੀ ਖੋਜ ਹੋਈ। ਤੇ ਉਸ ਤੋਂ ਥੋੜਾ ਚਿਰ ਬਾਅਦ ਫਿਰ ਉਸਨੇ ਗੈਲੀਲੀਓ ਨੇ ਚੰਦਰਮਾ ਦੇ ਬਾਰੇ ਪਤਾ ਕੀਤਾ। ਤੇ ਅਸੀਂ ਦੇਖੀ ਕਿ ਅਸੀਂ ਸਾਇੰਸ ਨੂੰ ਪੁੱਜੀ ਜਾ ਰਹੇ ਹਾਂ, ਸਾਇੰਸ ਨੂੰ ਵੱਡਾ ਮੰਨ ਰਹੇ ਹਾਂ ਕਿਉਂਕਿ ਗੁਰਬਾਣੀ ਸਾਨੂੰ ਸਭ ਕੁਛ ਪਹਿਲਾਂ ਹੀ ਦੱਸਦੀ ਹੈ। ਗगन में थाल रवचंद दीपक पन्ने तारिका मंडल जनक मोती धूप मलयान पवचवरो करे। कई सारे अजिहे फरमान हैं, कई सारे शब्द हैं जिन्हां ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਸਾਇੰਸ ਅੱਜ ਦੱਸ ਰਹੀ ਹੈ ਉਹ ਸਾਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਸਾਡੇ ਪਹਿਲਾਂ ਹੀ ਦੱਸ ਗਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਹੁਤ ਵਧੀਆ ਬੱਚੇ, ਬਹੁਤ ਵਧੀਆ ਤਰੀਕੇ ਨਾਲ ਸਮਝਾਉਣਾ ਕੀਤਾ ਬੱਚੇ ਨੇ। ਹਾਂਜੀ, ਇੱਕ ਵਾਰੀ ਫਿਰ ਤੋਂ ਭੈਣ ਜੀ ਦਾ, ਰਮਨਦੀਪ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਭੈਣ ਜੀਆਂ ਦਾ ਫਿਰ ਬਹੁਤ ਬਹੁਤ ਧੰਨਵਾਦ ਜੀ। ਵੀਰ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਭੈਣ ਜੀਆਂ ਦੇ ਦਰਸ਼ਨ ਕਰਵਾਏ ਆ। ਸੋ ਅੱਜ ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਫਿਰ 4 ਵਜੇ ਜੁੜਦੇ ਹਾਂ ਜੀ। ਸੋ ਬੱਚਿਆਂ ਨੂੰ ਬੇਨਤੀ ਹੈ ਜੀ ਟਾਈਮ ਨਾਲ ਜੁੜਨਾ ਸਾਰਿਆਂ ਨੇ। ਲਾ ਚੁੱਕਾਂ ਦੀ ਖਿਮਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।